ਹਰ ਜੁਗ ਜੁਗ ਭਗਤੂ ਪਾਇਆ, ਪੈਜ ਰਖਦਾ ਆਇਆ ਰਾਮ ਰਾਜ। ਹਰਨਾਕਸ਼ ਤਿਸ਼ਟਨ ਮਾਰਿਆ, ਪ੍ਰਹਲਾਦ ਥਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰਸ਼ੀ ਭਿਆੰਤ ਲਹਿ ਛੁਡਾਇਆ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੂਪ ਭਇਆ, ਜਾ ਸੁਖ ਤਾਮ ਨ ਹੋਈ। ਤੋ ਕਰਤਾ ਕਰਣਾ ਮੈਂ ਨਾਹੀ, ਜਾਹੂ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ, ਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਰ ਸਵਾਲਿਓ, ਜਿਨ ਕੀਤੀ ਸੋ ਭਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗਾਸਾ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੀਹਾਂ ਸੋ ਕਰ ਕੀਹਾਂ, ਜਿਤ ਬੈ ਸਰਬ ਸਮਾਲੇ। ਬਾਜੇ ਤੇਰੇ ਨਾਦ ਅਨੇਕੋ ਸੰਖਾ, ਕੀਤੇ ਤੇਰੇ ਭਾਵਨ ਹਾਰੇ। ਕੀਤੇ ਤੇਰੇ ਰਾਗ ਪਰੀਸ਼ੋਂ ਕਈਆਂ, ਕੀਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋ ਪਉਣ ਪਾਣੀ ਭੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹੰ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕੁਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮਚ ਪਿਆਲੇ। ਗਾਵਨ ਤੁਧਨੋ ਰਤਨੋ ਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰਖੇ ਤੇਰੇ ਧਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਿਥੇ ਤੁਧਨੋ ਗਾਵਨ, ਸੇ ਮੈਂ ਚਿਤ ਨਾਵਨ। ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ ਸਾਚਾ, ਸਾਚੀ ਨਾਈ ਹੈ ਵੀ ਹੋਸੀ। ਜੈ ਨ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜੈਸੀ। ਵਾਇਆ ਜਿਨ ਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਣਾ ਜਾਈ। ਸੋ ਪਾਤਸ਼ਾਹ ਸਾਹਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਹਿਬਾਂ, ਗੈਰ ਗੰਭੀਰਾ ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਕੇਥਾ ਕੇਵਡ ਚੀਰਾ। ਰਹਾ ਸਭ ਸਰਤੀ ਮਿਲ ਸਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਬੜਿਆਈਆਂ। ਤਦ ਬਿਨ ਸਿੱਧੀ ਕਿਨੈ ਨ ਪਾਈਆਂ, ਕਰਮ ਮਿਲੈ ਨਹੀਂ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਹੋਤ ਭੂਖੈ ਖਾਇ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਰਹਾਉ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੈ ਖਾੜ ਨ ਜਾਏ। ਨਾਉ ਮਰੈ ਨ ਹੋਵੈ ਸੋਗ, ਦਿੰਦਾ ਰਹਿ ਨ ਚੁਕੈ ਭੋਗ। ਗੋਣੇ ਹੋਹੁਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।
ਕਸਮ ਵਿਸਾਰੈ ਤੀ ਕੁਮ ਜਾਤ, ਨਾਨਕ ਨਾਵੈ ਬਾਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਿਆ ਨਾਮ ਪਰਗਾਸ। ਮੇਰੇ ਮੀਨ ਗੁਰਦੇਵ ਮੁਕੋ, ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਅਮੜ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲਾ ਤ੍ਰਿਪਤਾਸੈ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲੇਖਾਸ। ਧਨ ਧਨ ਸਤ ਸੰਗਤ ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਵੈ ਉਦਮ, ਜਾਇਆ ਹਰ ਹਰ ਜੀਉ ਭਰਿਆ। ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਉੜਿਆਵੈ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆਮ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਭਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦਿ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਹਰ ਅਗਮ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ। ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਣਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਕ ਦਾਤੇ ਇਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨਿ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਏ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਾਰਨ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਬ ਤਾਪੇ ਜਪੇ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵਨ ਅਵਰ ਨ ਕੋਹੀ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਛਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਈ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ।
ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੂੰ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਗ ਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਸੋਈ ਜਨ ਜਾਣੈ, ਹਰ ਗੁਣ ਸਦਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤਦ ਬਿਨ ਦੂਜਾ ਅਵਰ ਨ ਕੋਇ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜਾ ਫੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬਿਆਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲਸਾਰ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ। ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ। ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ। ਪੁਨ ਰਾਛਸ ਕਾ ਕਾਟਾ ਸੀਸਾ, ਸ਼੍ਰੀ ਅਸ ਕੇ ਜਗਤ ਕੇ ਈਸਾ। ਬਹੁ ਬ੍ਰਿਸ਼ ਗਗਨ ਤੇ ਭਈ, ਸਾਵੇ ਨਿਆਨ ਬਧਾਈ ਦਈ। ਧਨਯ ਧਨਯ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਣਹਾਰੇ, ਦਾਸ ਜਾਨ ਮੋਹਿ ਲਿਹੁ ਉਬਾਰੇ। ਕਬਿਉ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਵੈ ਤੁਮ ਕਾਬੂ, ਆਪ ਹਾਥ ਦੇ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰ, ਸੇਵਕ ਸਿੱਖ ਸਵੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨ ਥਿਆਉ, ਜੋ ਵਰ ਚਾਹਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਛਤਰੋ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸ ਤੁਜ ਜੋ ਕਰਿਓ ਰੱਛਾ। ਰਾਖ ਲਿਹੁ ਮੋਹਿ ਰਾਖਨਹਾਰੇ, ਸਾਹਿਬ ਸੰਤ ਸਹਾਈ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੁ ਪੁਰੀ ਛਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ।
जवन काल जोगी सब कीयो, वेद राज ब्रह्मा जूथियो, जवन काल सब लोक सवारा, नमस्कार है ताहे हमारा। जवन काल सब जगत बनायो, देव दैंत जछन उपजायो, आदंत एक अवतारा, सोई गुरु समझो हमारा। नमस्कार तिसही को हमारी, सकल प्रजा जिनि आप सवारी। सेवकन को सब गुण सुख दियो, शत्रन को पलमो बद कियो। कट कट के अंतर की जानत, भले बुरे की पीर पछानत। चीटी ते कुंचन रस थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछानै, कट कट के पट पट की जानै। जा बुध कर करा करतारा, प्रजा तर तब दे अपारा। जब बा करख करत हो कब हूँ, तुम मैं मिलत दे तर सब हूँ। जेते बदन श्रेष्ठ सब तारै, आप अपनी बूझ चारै। तम सब ही ते रह निराल, जानत भेद भेद हरियाल। निरंकार निर्विकार निर्लंब, आद नील नाद संभ। ताका मूढ़ उचारत भेदा, जाको भेव न पावत भेदा। ताको कर पाहन अनुमानत, महामूढ़ खस भेद न जानत। महादेव को कह सदा शिव, निरंकार का चीनत न भय। आप अपनी बुध है जेती, बरनत बिन बिन तो है तेती। तुमरा लखा न जाए पसारा, के विद सजा प्रथम संसारा। एक रूप अनूप स्वरूपा, रंग पयो राव कही पूपा। अंडज जे रसे तज कीनी, उत्पज खान बहु रच दीनी। कहूँ फूल राजा हव बैठा, कहूँ सिमट प्यो शंकर इकट्ठा। शिगरी श्रेष्ठ खाय अचंभव, आ जुगा स्वरूप स्वयंभव। अब रक्षा मेरी तुम करो, सिखों बार सिख संघरो। दुष्ट जिते उठवा तुत पाता, सकल मलेश करो रण काता। जे हस्तुई तव शरणी परे, तिनके दुष्ट दुख वह मरे। पुरख जवन पग परे तिहारी, तिनके तुम संकट सब टारे। जो कल को एक बार ते आए हैं, ताकि काल निकट न आए हैं। रक्षा हुई ताही सब काला, दुष्ट अरिष्ट रहत तकाला। कृपा दृष्टन जाहि निहर हो, ताकि ताप तनिक मैं हर हो। रिद सिद्ध कर्म सब होई, दुष्या श्व सकै न कोई। एक बार जिंत मैं संभारा, काल फांस थे ताहे हुबारा। जिन धर नाम तिहारो कहा, दारिद दुष्ट दोख ते रहा। खड़ग केत मैं शरण तिहारी, आप हाथ द लिहो बारी। सर्व ठार माहो सहाई, दुष्ट दोख तै लिहो बचाई। कृपा करी हम पर जगमाता, ग्रंथ करा पूर्ण शबराता। किल विख सकल देखो हरता, दुष्ट दोखियन को क्षय करता। श्री तुम जय पै दयाला, पूर्ण करा ग्रंथ तकाला। मन बांछत फल पावै सोई, दुख न तिसै व्यापत कोई ही हड़ेला। सुनै गंग जो जाहि सुरस न पावै, सुनै मूढ़ चितुलाई चतुरता आवे। दुख दर्द पौ निकट ना तिन नर किरहै, हों जो जाकी एक बार चौपई को कहै चौपई। संबत 17 सहस पणिजै, अर्ध सहस 29 कहिजै। भाद्र सुदी अष्टमी रविवारा, तीर्थ ध्रुव ग्रंथ सुधारा। इत श्री चरित्रो बख्याने, त्रिया चरित्रे मंत्री भूप संवादे। 405 चरित्र समाप्त, मास्त शोभ मास्ता भजन। दोहरा। दास जान कर दास पार, की जय कृपा पार। आप हाथ दे राख माहे, मन कर्म वचन विचार चौपे। मैं नाग गणेश प्रथम मनाऊँ, किशन बिशन कबहूँ न थ्याऊँ। कौन सुने पहचान न तिन सो, लिव लागी मोरी पगेन सो।
महाकाल रखवार हमारो, महालो मैं किंकर थारो। अपना जान करो रखवार, बाह गहीं की लाज विचार। अपना जान मुझे प्रत परिय, चुन चुन शत्रु हमारी मरिय। देग तेग जग में दो चलै, राखा मोयो न दलै। तुम मम करो सदा प्रतिपारा, तुम साहिब मैं दास तिहारा। जान अपना मुझे निवाज, आप करो हमरी सब काज। तुम हो सब राजन के राजा, आपे आम गरीब निवाजा। दाह जान कर कृपा करो मोहे, हार परा मैं आन द्वार तो है। अपना जान करो प्रतिपारा, तुम साहिब मैं किंकर थारा। दास जान दय हाथ उबारो, हमरे साव बैरियन संघारो। प्रथम तरों भगवत को ध्याना, बहुर करों कविता विदनाना। कृष्ण जथा मत चरित्र उचारो, चूक होए कब लहु सुधारो। कवि उवाच दोहरा, जो ने ब्रह्म सो कहा, सो कहे हूँ जग माहे। जो ते प्रभ को त्याहे हैं, अंत स्वरूप को जाहे दोहरा। हर हर जन दुई एक है, बे विचार कुछ नाहि। जल ते उपज तरंग ज्यों, जल ही बिखै समाहि दोहरा। जब आए इस प्रभु को भयो, जन्म थरा जग आए। अब मैं कथा संक्षेप थे, सब हूँ कह सुनाहि। कब बाई दोहरा, ठाण प्यो मैं जोर कार, बचन कहाँ सिर न्याय। पंथ चला तब जगत में, जब तुम करो सहाय दोहरा। जय जय तुमरे त्यान को, निथुर त्याह संत। अंत लहेंगे मुक्त फाल, पावेंगे भगवंत दोहरा। काल पुरख की देव मोह, कोटक विष्णु महेश। कोट इंद्र ब्रह्मा किते, रव सस्करोर दिलेश दोहरा। राम कथा जुग जुग अटाल, सब कोई पाखत नेत। सुरगबास सुरगवर करां, सगरी पुरी समेत चौपे। जो ये कथा सुनै और गावै, दुख पाप थे निकट न आवै। विष्णु भगत खीए फल होई, आद व्याध छह सकै न कोई। संमत 17 सहस 55, हाड़ वधी प्रथम सुखदावन। तब प्रसाद कर ग्रंथ सुधारा, भूल परी लह लिहु सुधारा दोहरा। नेत्रा तुम के चरण तर, स्तध्रव तीर्थ रंग। श्री भगवत पूरन कियो, रघुवर कथा प्रसंग दोहरा। साध साध जानो नहीं, बात सुबाद विवाद। ग्रंथ सकल पूरण कियो, भगवत कृपा प्रसाद सवैया। पाई गहे जब ते तुमरे, तब ते को आँख तरे नहीं आन्यो। राम रहीम पुराण कुरान, अनेक कहें मत एक न मान्यो। सिमरत शास्त्र वेद सबै, बहु भेद कहें हम एक न जान्यो। श्री असपान कृपा तुमरी कर, मैं न कहो सब तोहे बखान्यो दोहरा। सगल द्वार को छाड़ कर, गहो तुहारो द्वार। बाहि गहें की लाज यस, गोविंद दास तुहार। राम कली महला तीजा आनंद, एक ओंकार सतगुर प्रसाद। आनंद भया मेरी माए, सतगुरु मैं पाया। सतगुर तां पाया सहज सेती, मन वजियां बधाइयां। राग रतन परवार भरियां, शब्द गावण आईयां। शब्दो तां गावो हरि केरा, मन जिनी वसाया। कह नानक नंद होआ, सतगुरु मैं पाया। ए मन मेरिया तू सदा रहो हर नाले। हर नाल रहो तू मन मेरे, दुख सब विसारणा। अंगीकारो करे तेरा कारज सब सवारणा। सबना गल्लां समरथ सुआमी, सौख्यो मनो विसारे। कह नानक मन मेरे, सदा रहो हर नाले। साचे साहिबा क्या नाही घर तेरा, करता तेरा सब किछ है। जिस देह सो पावे, सदा शिव सलाह तेरी। नाम मन वसावे, नाम जिनकै मन वसिया। वाजे शब्द कनेरे, कह नानक सच्चे साहिब क्या नाही घर तेरा। साचा नाम मेरा आधार, साच नाम धार मेरा। जिन भुखा सब गवाइयां, करशान सुख मन आए वसिया। जिन इच्छा सब पुजाइयां, सदा कुर्बान किता गुरु बिटों। जिस दियां ए बड़ियाइयां,
ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਹਾਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਖਰ ਧਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮਧਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸੰਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਜੀ ਨ ਜਾਈ, ਨਿਤ ਨਿਤ ਰਾਖੁ ਧਾਰੋ। ਤਮ ਸੰਸਾਰ ਚਰਨ ਲਗ ਤਰੀਆ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਪੌੜੀ। ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹਿ। ਉਥੈ ਤੇਰੀ ਰਾਖੁ, ਅਗਨੀ ਉਦਰ ਮਾਹਿ। ਸੁਣ ਕੈ ਝਮਕੇ ਦੂਤ, ਨਾਹੀ ਤੇਰੇ ਛੜ ਜਾਇ। ਭੌਜਲ ਵਿਖਮ ਸਗਾਹ, ਗੁਰ ਸ਼ਬਦੀ ਪਾਰ ਪਾਇ। ਜਿਨ ਕਾ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹਿ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹਿ। ਸਭ ਸੇਨੋ ਕਿਰਪਾਲ, ਸਭ ਮਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ, ਜੇ ਹਾਵੈ ਤਿਦ ਆਏ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰੂ ਨਾਮ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰੂ ਨਾਮ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਥ ਦੇ। ਜਗ ਮੈਂ ਉਤਮ ਕਾਢੀਐ, ਵਿਰਲੇ ਕਈ ਕੇ। ਮਹੱਲਾ ਪੰਜਵਾਂ। ਰੱਖੇ ਰਖਣ ਹਾਰ, ਆਪੋ ਬਾਰਿਆਨ। ਗੁਰ ਕੀ ਪੈਰੀ ਪਾਈ, ਕਾਸ਼ ਵਾਰਿਆਨ। ਹੋ ਆਇਆ ਆਪ ਦਿਆਲ, ਮਨੋ ਨਾ ਵਿਸਾਰਿਆਨ। ਸਾਧ ਜਨਾ ਕੈ ਸੰਗ, ਭਵ ਜਲ ਤਾਰਿਆਨ। ਸਾਕਤ ਨਿੰਦਕ ਦੁਸ਼ਟ, ਖਿਨ ਮਾਹਿ ਵਿਦਾਰਿਆਨ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ, ਜੀ ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ, ਨਾਸਕ ਬਿਗਨਨ ਕੇ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋ, ਤੇਗ ਬਹਾਦਰ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਰ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਹਰਾ ਪੌੜਿਆ ਹੋਤ ਭਰਿਅੰਕ ਪਰ ਮੱਖਣ ਸਿੱਖ ਵਿਸਾਲ। ਉੱਚੇ ਬਾਕ ਪੁਕਾਰ ਤੇ ਪਹੁੰਚੇ ਸੋ ਤਤਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ 'ਚ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਹਨ। ਆਓ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਆਪਣੀ ਸੁਰਤੀ ਜੋੜੀਏ। ਜਿਸ ਵੇਲੇ ਬਾਬੇ ਧੀਰਮਲ ਦੇ ਬੰਦਿਆਂ ਨੇ ਸਤਿਗੁਰੂ ਮਹਾਰਾਜ ਦਾ ਡੇਰਾ ਲੁੱਟਿਆ ਤਾਂ ਇਸ ਗੱਲ ਦਾ ਗੁਰੂ ਕੇ ਸਿੱਖਾਂ ਨੇ ਬੜਾ ਦੁੱਖ ਮਨਾਇਆ। ਉਹ ਗੁਰੂ ਕੇ ਸਿੱਖ ਇਸ ਗੱਲ ਦੀ ਖਬਰ ਲੈ ਕੇ ਜਦੋਂ ਬਾਬੇ ਮੱਖਣ ਸ਼ਾਹ ਕੋਲ ਪਹੁੰਚੇ ਹਨ, ਬਾਬਾ ਮੱਖਣ ਸ਼ਾਹ ਦੁਪਹਿਰ ਦੇ ਸਮੇਂ ਕੁਝ ਘੜੀ ਆਰਾਮ ਕਰਨ ਲਈ ਆਪਣੇ ਪਲੰਘੇ 'ਤੇ ਲੇਟਿਆ ਸੀ ਆਪਣੇ ਡੇਰੇ ਵਿੱਚ। ਉਸ ਨੂੰ ਜਾ ਕੇ ਜਿਵੇਂ ਇਹ ਖਬਰ ਦਿੱਤੀ ਹੈ ਉਹ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜਿਆ ਹੋਤ ਭਰਿਅੰਕ ਪਰ ਉਸ ਵੇਲੇ ਮੱਖਣ ਸ਼ਾਹ ਪਲੰਘ ਦੇ ਉੱਤੇ ਲੇਟਿਆ ਹੋਇਆ ਸੀ, ਮੱਖਣ ਸਿੱਖ ਵਿਸਾਲ। ਜੋ ਗੁਰੂ ਘਰ ਦਾ ਮਹਾਨ ਸਿੱਖ ਸੀ। ਉੱਚੇ ਬਾਕ ਪੁਕਾਰ ਤੇ ਉਹਦੇ ਕੋਲ ਪਹੁੰਚੇ ਹਨ ਗੁਰੂ ਕੇ ਸਿੱਖ ਉੱਚੀ ਪੁਕਾਰ ਕਰਦੇ ਹੋਏ। ਪਹੁੰਚੇ ਸੋ ਤਤਕਾਲ। ਉਹ ਪਿੰਡ ਵਾਸੀ ਜਾਂ ਗੁਰੂ ਕੇ ਪਿਆਰੇ ਸਿੱਖ ਖਬਰ ਦੇਣ ਵਾਸਤੇ ਮੱਖਣ ਸ਼ਾਹ ਕੋਲ ਪਹੁੰਚ ਗਏ। ਚੌਪਈ ਮੱਖਣ ਸ਼ਾਹ ਪਰੇ ਹੋ ਕਹਾਂ। ਮੱਖਣ ਸ਼ਾਹ ਨੂੰ ਕਹਿਣ ਲੱਗੇ, ਹੇ ਸ਼ਾਹ ਜੀ ਤੁਸੀਂ ਕਿਵੇਂ ਪਏ ਹੋ? ਭਇਓ ਬਿਗਨ ਸਤਿਗੁਰ ਘਰ ਮਹਾ। ਗੁਰੂ ਘਰ ਵਿੱਚ ਤਾਂ ਬੜਾ ਵਿਘਨ ਪੈ ਗਿਆ ਹੈ। ਜੋ ਤੈ ਦਰਬ ਜਾਏ ਅਰ ਪਾਵਾ। ਜੋ ਤੂੰ ਗੁਰੂ ਮਹਾਰਾਜ ਨੂੰ ਜਾ ਕੇ 500 ਮੋਹਰਾਂ ਭੇਟਾ ਕੀਤੀਆਂ ਸਨ ਅਰ ਸਿੱਖੀਨ ਕੋ ਜਤਕ ਚੜਾਵਾ। ਔਰ ਗੁਰੂ ਕੇ ਸਿੱਖਾਂ ਦੀ ਜੋ ਕਾਰ ਭੇਟਾ ਚੜਾਵਾ ਚੜਿਆ ਸੀ, ਤੀਰ ਮੱਲ ਸੁਨ ਕੈ ਅਨਖਾਇਓ। ਉਹ ਖਬਰ ਸੁਣ ਕੇ ਬਾਬਾ ਧੀਰਮਲ ਬੜਾ ਗੁੱਸਾ ਖਾ ਗਿਆ। ਕਰਤ ਅਸੂਆ ਲੋਭ ਵਧਾਇਓ। ਈਰਖਾਲੂ ਧੀਰਮਲ ਲਾਲਚ ਵਿੱਚ ਆ ਗਿਆ। ਸੰਗ ਮਸੰਦ ਕਿਤਕ ਦੇ ਸੂਰ। ਉਹਨੇ ਆਪਣੇ ਸੀਹੇ ਮਸੰਦ ਦੇ ਨਾਲ ਕੁਝ ਬੰਦੇ ਤੋਰ ਦਿੱਤੇ। ਪਠ ਦੀਨੇ ਕਰ ਰਿਦਾ ਗਰੂਰ। ਬੜੇ ਹੰਕਾਰ ਦੇ ਨਾਲ ਸੀਹਾਂ ਮਸੰਦ ਬਹੁਤ ਸਾਰੇ ਲੱਠਮਾਰ ਬੰਦੂਕਾਂ ਵਾਲੇ ਬੰਦੇ ਲੈ ਕੇ ਗੁਰੂ ਘਰ ਆ ਗਿਆ। ਸੋ ਚਲ ਆਏ ਕੋ ਕਰਮ ਕਮਾਵਾ। ਹੇ ਮੱਖਣ ਸ਼ਾਹ ਜੀ, ਉਹਨਾਂ ਬੰਦਿਆਂ ਨੇ ਆ ਕੇ ਗੁਰੂ ਘਰ ਵਿੱਚ ਬੜਾ ਉਪਦਰਵ ਕੀਤਾ ਹੈ। ਸਨਮੁਖ ਸਤਿਗੁਰ ਤਪਕ ਚਲਾਵਾ। ਉਹਨਾਂ ਨੇ ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ ਹੈ ਛੋਇਲ ਲਾਰ ਗਿਰ ਪਰੀ ਅਗਾਰੀ। ਔਰ ਉਹਨਾਂ ਦੀ ਗੋਲੀ ਮਹਾਰਾਜ ਦੇ ਮੱਥੇ 'ਚ ਵੱਜੀ ਹੈ, ਪਰ ਮਾੜੀ ਜੀ ਛੂਹ ਕੇ ਅੱਗੇ ਡਿੱਗ ਪਈ ਹੈ। ਭਾਵ ਗੋਲੀ ਸਤਿਗੁਰੂ ਜੀ ਦਾ ਬਹੁਤਾ ਨੁਕਸਾਨ ਨਹੀਂ ਕਰ ਸਕੀ। ਪਰਮੇਸ਼ਰ ਨੇ ਆਪ ਸਤਿਗੁਰੂ ਜੀ ਨੇ ਰੱਖਿਆ ਕੀਤੀ ਹੈ। ਨਿਜ ਅਜ਼ਮਤ ਕਰ ਬਚੇ ਵਿਚਾਰੀ। ਸਤਿਗੁਰੂ ਜੀ ਆਪਣੀ ਕਲਾ ਨਾਲ ਆਪਣੀ ਸ਼ਕਤੀ ਨਾਲ ਬਚ ਗਏ ਹਨ। ਤੁਮ ਜੋ ਦਰਬ ਦੀਨ ਸੋ ਲੀਨਾ। ਹੇ ਸ਼ਾਹ ਜੀ, ਜਿਹੜਾ ਤੁਸੀਂ 500 ਮੋਹਰਾਂ ਤੇ ਹੋਰ ਬਹੁਤ ਸਾਰੇ ਤੋਹਫੇ ਤੇ ਬਸਤਰ ਆਦਿਕ ਭੇਟਾਵਾਂ ਦੇ ਕੇ ਆਏ ਸੀ, ਉਹ ਸਾਰੀਆਂ ਸੀਹਾਂ ਮਸੰਦ ਧੀਰਮਲ ਦੇ ਡੇਰੇ ਲੈ ਗਿਆ ਹੈ। ਅਪਰ ਸਮਾਜ ਸੁਖ ਸੋਟਨ ਕੀਨਾ। ਗੁਰੂ ਘਰ ਦਾ ਹੋਰ ਵੀ ਜਿਹੜਾ ਸਾਜੋ ਸਮਾਨ ਸੀ ਉਹ ਵੀ ਚੁੱਕ ਕੇ ਲੈ ਗਿਆ ਹੈ।
ਬਾਸਨ ਹੋਤੇ ਰਸੋਈ ਕੇਰੇ। ਇੱਥੋਂ ਤੱਕ ਵੀ ਗੁਰੂ ਘਰ ਦੀ ਰਸੋਈ ਦੇ ਜਿਹੜੇ ਭਾਂਡੇ ਸਨ ਲੰਗਰ ਦੇ, ਉਹ ਵੀ ਚੁੱਕ ਕੇ ਲੈ ਗਿਆ। ਸੀਆਂ ਮਸੰਦ, ਇਤਿਆਦ ਕਲੇ ਵਸਤ ਕਨੇਰੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੀਮਤੀ ਵਸਤੂਆਂ ਗੁਰੂ ਘਰ ਤੋਂ, ਸੰਗਤਾਂ ਦੀਆਂ ਭੇਟਾਵਾਂ, ਸਭ ਕੁਝ ਚੁੱਕ ਕੇ ਲੈ ਗਿਆ। ਕਰ ਅਪਮਾਨ ਬਾਕ ਦੁਰ ਕਹੇ। ਔਰ ਬਲਕਿ ਗੁਰੂ ਸਾਹਿਬ ਜੀ ਨੂੰ ਬੜੇ ਅਪਮਾਨਜਨਕ ਸ਼ਬਦ ਬੋਲਿਆ ਹੈ, ਬੜੀ ਤਾੜਨਾ ਕੀਤੀ ਹੈ, ਬੜੇ ਕੌੜੇ ਬਚਨ ਸੀਏ ਮਸੰਦ ਨੇ ਆਖੇ ਹਨ। ਨਹੀਂ ਤਰਾਸ ਦੂਸਰ ਕੋ ਲਹੇ। ਔਰ ਕਿਸੇ ਦਾ ਡਰ ਨਹੀਂ ਮੰਨਦਾ, ਕਿਉਂਕਿ ਧੀਰਮਲ ਬਹੁਤ ਹੰਕਾਰਿਆ ਹੋਇਆ ਹੈ ਤੇ ਉਹਦੇ ਮਸੰਦ ਵੀ ਬੜੇ ਬੁਰਛੇ ਹਨ। ਖਾਸ ਕਰਕੇ ਸੀਆਂ ਮਸੰਦ ਬਖਸ਼ਣਯੋਗ ਨਹੀਂ ਹੈ। ਮਨ ਭਾਵਤ ਕਰ ਕੈ ਸਭ ਬਾਤ। ਇਹ ਸਾਰੀਆਂ ਗੱਲਾਂ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਕੀਤੀਆਂ ਹਨ, ਮਨ ਆਈਆਂ ਕੀਤੀਆਂ ਹਨ। ਚਹਤ ਹੋਤੇ ਸਤ ਗੁਰ ਕੋ ਘਾਤ। ਉਹ ਤਾਂ ਗੁਰੂ ਸਾਹਿਬ ਜੀ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸਨ, ਪਰ ਇਹ ਤਾਂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਬਈ ਗੁਰੂ ਸਾਹਿਬ ਜੀ ਦੀ ਰੱਖਿਆ ਹੋਈ ਹੈ। ਹੋਤੀ ਨਿਕਟ ਨਾ ਜੇਤਨ ਮਾਤ। ਜੇ ਮਾਤਾ ਨਾਨਕੀ ਜੀ ਕੋਲ ਨਾ ਹੁੰਦੇ ਤਾਂ ਉਹਨਾਂ ਨੇ ਹੋਰ ਉਪਦਰਵ ਕਰਨਾ ਸੀ। ਇਹ ਤਾਂ ਮਾਤਾ ਜੀ ਦੇ ਦਬਕੇ ਕਰਕੇ ਉਹਨਾਂ ਦਾ ਪ੍ਰਭਾਵ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਜੋ ਹਨ, ਸਾਰਾ ਪੰਥ ਉਹਨਾਂ ਨੂੰ ਮੰਨਦਾ ਹੈ। ਉਹਨਾਂ ਦੇ ਸਾਹਮਣੇ ਨਹੀਂ ਕੋਈ ਕੁਸਕ ਸਕਿਆ, ਪਰ ਮਸੰਦਾਂ ਨੇ ਬੁਰਛਾਗਰਦੀ ਬਹੁਤ ਕੀਤੀ ਹੈ। ਜਿਤ ਨ ਰਹਿਨ ਦੇਤ ਕਿਸ ਭਾਂਤ। ਜੇ ਮਾਤਾ ਜੀ ਨਾ ਹੁੰਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਉਂਦਾ ਨਾ ਛੱਡਦੇ ਮਸੰਦ। ਤਰਜ ਤਰਜ ਕਰ ਬਰਜ ਹਟਾਏ। ਮਾਤਾ ਜੀ ਨੇ ਬੜੀ ਤਾੜਨਾ ਕਰਕੇ, ਬਹੁਤ ਝਿੜਕਾਂ ਦੇ ਕੇ ਉਹਨਾਂ ਨੂੰ ਮੋੜਿਆ ਪਿੱਛੇ, ਨਹੀਂ ਤਾਂ ਉਹ ਤਾਂ ਬਹੁਤ ਜ਼ਿਆਦਾ ਪਾਪ ਕਰਨ ਤੇ ਉਤਰ ਆਏ ਸਨ। ਕੌਣ ਅਹੋਤਮ ਕਿਤ ਤੇ ਆਏ। ਮਾਤਾ ਨੇ ਝਿੜਕਿਆ ਵੀ ਕੌਣ ਹੋ ਤੁਸੀਂ, ਕਿੱਥੋਂ ਆ ਗਏ ਗੁਰੂ ਘਰ ਦੇ ਵਿੱਚ ਇਹ ਉਪਦਰਵ ਕਰਨ ਵਾਸਤੇ, ਖਰੂਦ ਪਾਉਣ ਵਾਸਤੇ। ਸ੍ਰੀ ਗੁਰੂ ਹਰਗੋਬਿੰਦ ਕੀ ਦਾਰਾ। ਕਿਉਂਕਿ ਮਹਾਰਾਜ 6ਵੇਂ ਪਾਤਸ਼ਾਹ ਦੀ ਧਰਮ ਪਤਨੀ ਹੈ ਮਾਤਾ ਨਾਨਕੀ, ਉਹਨਾਂ ਦਾ ਪ੍ਰਭਾਵ ਕੁਦਰਤੀ ਹੈ। ਸਤਿਗੁਰੂ ਪਾਤਸ਼ਾਹ ਮਹਾਂਬਲੀ 6ਵੇਂ ਪਾਤਸ਼ਾਹ ਦਾ ਤਾਂ ਦੁਨੀਆ ਵਿੱਚ ਕੋਈ ਸ਼ਾਨੀ ਹੋਇਆ ਨਹੀਂ। ਐਡੇ ਮਹਾਬਲੀ ਸੂਰਬੀਰ ਯੋਧੇ ਹੋਏ ਨੇ। ਉਹਨਾਂ ਦੀ ਪਤਨੀ ਹੈ ਮਾਤਾ ਨਾਨਕੀ, ਜਿਸ ਕਰਕੇ ਉਹਨਾਂ ਦੇ ਸਾਹਮਣੇ ਮਸੰਦਾਂ ਦੀ ਕੋਈ ਜ਼ਰੂਰਤ ਨਹੀਂ ਪਈ ਬੋਲ ਜਾਣ। ਪਰ ਉਹ ਮਸੰਦ ਵੀ ਆਪਣੇ ਵੱਲੋਂ ਕੋਈ ਘੱਟ ਗੁਜ਼ਾਰਨ ਨਹੀਂ ਸਨ ਆਏ। ਦੀਰਘ ਦਰਸ਼ਨ ਤੇਜ ਉਦਾਰਾ। ਬੜਾ ਉਹਨਾਂ ਦਾ ਤੇਜ ਪ੍ਰਤਾਪ ਹੈ ਮਾਤਾ ਨਾਨਕੀ ਜੀ ਦਾ, ਬੜੇ ਦੀਰਘਦਰਸ਼ੀ ਹਨ। ਰਛਿਆ ਸੁਤ ਕੀ ਸਭ ਬਿਦ ਕਰੀ। ਉਹਨਾਂ ਨੇ ਆਪਣੇ ਪੁੱਤਰ ਤੇਗ ਬਹਾਦਰ ਨੂੰ ਬਚਾ ਲਿਆ ਹੈ, ਨਹੀਂ ਤਾਂ ਸਤਿਗੁਰੂ ਜੀ ਨੂੰ ਮਾਰਨ ਹੀ ਆਏ ਸਨ ਦੁਸ਼ਟ ਬੰਦੇ। ਜਬ ਲੋ ਟਿਕ ਤਬ ਲੋ ਤਹ ਖਰੀ। ਜਿੰਨਾ ਚਿਰ ਉਹ ਬੰਦੇ ਉੱਥੇ ਰਹੇ ਨੇ, ਮਾਤਾ ਕੋਲ ਖੜੀ ਰਹੀ ਹੈ। ਇਹ ਬੁਰਛੇ ਗੁਰੂ ਘਰ ਡੇਰਾ ਲੁੱਟਦੇ ਰਹੇ ਨੇ, ਮਾਤਾ ਝਿੜਕਦੀ ਰਹੀ ਹੈ। ਸਭ ਵਸਤੂ ਲੈ ਕਰ ਅਪਮਾਨਾ। ਬਲਕਿ ਸਾਰਾ ਸਾਜੋ ਸਮਾਨ ਚੁੱਕ ਕੇ ਲੈ ਗਏ ਨੇ ਤੇ ਗੁਰੂ ਘਰ ਦਾ ਬਹੁਤ ਨਿਰਾਦਰ ਕੀਤਾ ਹੈ। ਗਏ ਨਿਰਭੈ ਹੋਏ ਆਪਣੇ ਥਾਨਾ। ਤੇ ਬੜੀ ਬੇਖੌਫੀ ਨਾਲ, ਬੇਡਰ ਹੋ ਕੇ ਉਹਨਾਂ ਨੇ ਇਹ ਲੁੱਟਮਾਰ ਕੀਤੀ ਹੈ। ਸਾਰਾ ਸਾਜੋ ਸਮਾਨ ਚੁੱਕ ਕੇ ਧੀਰਮਲ ਦੇ ਡੇਰੇ ਲੈ ਗਏ ਨੇ। ਸ੍ਰੀ ਗੁਰੂ ਤੇਗ ਬਹਾਦਰ ਧੀਰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਧੀਰਜਵਾਨ, ਸ਼ਾਂਤ, ਉਹ ਨਹੀਂ ਬੋਲੇ ਕੁਛ ਵੀ, ਚੁੱਪ ਕਰਕੇ ਸ਼ਾਂਤ ਬੈਠੇ ਰਹੇ ਹਨ। ਭਾਵੇਂ ਉਹਨਾਂ ਦੇ ਮੱਥੇ 'ਚੋਂ ਗੋਲੀ ਦੇ ਵੱਜਣ ਕਰਕੇ ਥੋੜ੍ਹਾ ਜਿਹਾ ਲਹੂ ਵੀ ਵਗਿਆ ਹੈ। ਤੁਝ ਤੇ ਆਗੇ ਸਦਾ ਗੰਭੀਰ। ਉਹ ਇਹ ਪਹਿਲਾਂ ਤੋਂ ਹੀ, ਤੁਹਾਡੇ ਮੱਖਣ ਸ਼ਾਹ ਜੀ, ਤੁਹਾਡੇ ਆਉਣ ਤੋਂ ਪਹਿਲਾਂ ਤੋਂ ਹੀ ਜਦੋਂ ਦੇ ਅਸੀਂ ਦੇਖਦੇ ਹਾਂ, ਉਹ ਗੰਭੀਰ ਸੁਭਾਅ ਦੇ ਹਨ। ਬਹੁਤ ਗੈਰ ਗੰਭੀਰ ਬਿਰਤੀ ਹੈ ਉਹਨਾਂ ਨੂੰ। ਇਸ ਸੰਸਾਰ ਦੀ ਮੋਹ ਮਾਇਆ, ਸੰਸਾਰ ਦਾ ਕਿਸੇ ਪ੍ਰਕਾਰ ਦਾ ਵੀ ਕੋਈ ਰਾਗ ਦਵੈਸ਼ ਨਹੀਂ ਪੈਦਾ ਹੁੰਦਾ ਮਨ ਦੇ ਵਿੱਚ। ਐਸੀ ਉਹਨਾਂ ਦੀ ਬਿਰਤੀ ਹੈ ਵੀ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਇਹੋ ਜਿਹੀ ਬਿਰਤੀ ਦੇ ਮਾਲਕ ਹਨ। ਨਹੀਂ ਅਵਗਿਆ ਕਾਹੂ ਕੀਨਸ। ਉਹਨਾਂ ਨੇ ਕਦੀ ਕਿਸੇ ਦੀ ਅਵਗਿਆ ਨਹੀਂ ਕੀਤੀ, ਕਦੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਿਆ, ਬਲਕਿ ਉਹ ਤਾਂ ਸਭ ਦਾ ਭਲਾ ਕਰਨ ਵਾਲੇ ਸਾਧੂ ਪੁਰਸ਼ ਹਨ। ਪਤ ਸਮੇਤ ਨਿਜ ਘਰ ਸੁਖ ਪੀਨਸ। ਤੇ ਆਪਣੇ ਘਰ ਦੇ ਵਿੱਚ ਰਹਿੰਦੇ ਉਹਨਾਂ ਦੀ ਧਰਮ ਪਤਨੀ ਮਾਤਾ ਗੁਜਰੀ ਜੀ
ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਜੀ ਤਿੰਨੇ ਹੀ ਰਹਿੰਦੇ ਹਨ। ਤੈ ਅਬ ਆਏ ਗੁਰੂ ਬਿਦਤਾਵਾ। ਉੱਥੇ ਆ ਕੇ ਤੁਸੀਂ ਮੱਖਣ ਸ਼ਾਹ ਜੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਹੈ। ਨਹੀਂ ਤਾਂ ਪਿੰਡ ਦੇ ਵਿੱਚ ਵੀ ਲੋਕਾਂ ਨੂੰ ਉਹਨਾਂ ਬਾਰੇ ਕੋਈ ਬਹੁਤਾ ਪਤਾ ਨਹੀਂ ਸੀ ਵੀ ਇੱਥੇ ਕੋਈ ਮਹਾਂਪੁਰਸ਼ ਰਹਿੰਦਾ ਹੈ। ਉਹ ਤਾਂ ਇੱਕ ਸਿੰਪਲ ਜਿਹਾ ਸਾਦਾ ਜਿਹਾ ਬਿਲਕੁਲ ਹੀ ਫਕੀਰਾਂ ਵਾਲਾ ਬਿਲਕੁਲ ਹੀ ਦੁਨੀਆ ਤੋਂ ਨਿਰਾਲਮ ਜੀਵਨ ਬਤੀਤ ਕਰ ਰਹੇ ਸਨ। ਅਦਕ ਦਰਬ ਅਰਪਿਓ ਅਰਪਾਵਾ। ਤੁਸੀਂ ਉਹਨਾਂ ਨੂੰ ਮੱਥਾ ਟੇਕਿਆ, 500 ਮੋਹਰਾਂ ਚੜ੍ਹਾਈਆਂ, ਬਹੁਤ ਸਾਰੇ ਸੁੰਦਰ ਬਸਤਰ ਭੇਟਾ ਕੀਤੇ ਔਰ ਬਹੁਤ ਸਾਰੀ ਸੰਗਤ ਨੇ ਵੀ ਆਪਣੀ ਮਾਇਆ ਕਾਰ ਭੇਟਾ ਉਹਨਾਂ ਦੇ ਚਰਨਾਂ 'ਚ ਅਰਪਣ ਕੀਤੀ ਤੁਹਾਡਾ ਕਹਿਣਾ ਮੰਨ ਕੇ। ਜਾਂ ਤੇ ਬਿਗਨ ਭਏ ਸਮੁਦਾਏ। ਹੇ ਸ਼ਾਹ ਜੀ, ਤੁਸੀਂ ਉਹਨਾਂ ਨੂੰ ਗੁਰੂ ਕੀ ਬਣਾਇਆ ਹੈ, ਬਲਕਿ ਮੁਸੀਬਤਾਂ 'ਚ ਪਾ ਦਿੱਤਾ ਹੈ। ਸ਼ਾਹ ਜੀ, ਉਹ ਤਾਂ ਫਕੀਰ ਆਦਮੀ ਹਨ, ਸਾਧੂ ਹਨ, ਕਿਸੇ ਨਾਲ ਲੈਣ ਦੇਣ ਨਹੀਂ, ਨਾ ਕਿਸੇ ਨਾਲ ਦੋਸਤੀ ਹੈ, ਨਾ ਕਿਸੇ ਨਾਲ ਵੈਰ ਹੈ। ਤੁਸੀਂ ਉਹਨਾਂ ਨੂੰ ਇਸ ਵੈਰ ਵਿਰੋਧ ਦੇ ਚੱਕਰ ਵਿੱਚ ਪਾ ਦਿੱਤਾ ਹੈ। ਜੋ ਅਬ ਤੁਝਕੋ ਦਏ ਸੁਨਾਏ। ਆਹ ਜਿਹੜੀਆਂ ਗੱਲਾਂ ਤੁਹਾਡੇ ਨੂੰ ਦੱਸੀਆਂ ਨੇ ਇਹ ਹੋਈਆਂ ਨੇ ਤੇ ਅਸੀਂ ਵੇਖ ਕੇ ਆਏ ਹਾਂ। ਸਾਰਾ ਕੁਝ ਗੁਰੂ ਘਰ ਦਾ ਸਾਰਾ ਸਾਜੋ ਸਮਾਨ ਉਹ ਚੁੱਕ ਕੇ ਲੈ ਗਏ ਹਨ। ਕਾਰਨ ਕਸ਼ਟ ਦੇਨ ਕੋ ਹੋਵਾ। ਬਹੁਤ ਵੱਡਾ ਜਿਹੜਾ ਤੁਸੀਂ ਉਹਨਾਂ ਨੂੰ ਭੇਟਾ ਦਿੱਤੀ ਹੈ ਉਹਦਾ ਕਸ਼ਟ ਮਹਾਰਾਜ ਭੋਗ ਰਹੇ ਨੇ। ਤੁਸੀਂ ਤਾਂ ਉਹਨਾਂ ਦੀ ਸੇਵਾ ਕੀਤੀ ਹੈ ਆਪਣੇ ਵੱਲੋਂ, ਪਰ ਮਹਾਰਾਜ ਨੂੰ ਤਾਂ ਉਹਦਾ ਫਾਇਦਾ ਨਹੀਂ ਹੋਇਆ, ਬਲਕਿ ਨੁਕਸਾਨ ਕਸ਼ਟ ਭੋਗਣਾ ਪਿਆ ਹੈ ਸਤਿਗੁਰੂ ਜੀ ਨੂੰ। ਭਲੋ ਆਏ ਗੁਰ ਦਰਸ਼ਨ ਜੋਵਾ। ਸ਼ਾਹ ਜੀ, ਤੁਸੀਂ ਚੰਗੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ। ਤੁਸੀਂ ਜੇ ਨਾ ਆਉਂਦੇ ਤੇ ਘੱਟੋ ਘੱਟ ਗੁਰੂ ਸਾਹਿਬ ਨੂੰ ਆਹ ਕਸ਼ਟ ਤਾਂ ਨਾ ਵੇਖਣਾ ਪੈਂਦਾ। ਤੁਸੀਂ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਹਾਰਾਜ ਨੂੰ ਮੁਸੀਬਤ ਦੇ ਮੂੰਹ 'ਚ ਪਾ ਦਿੱਤਾ ਹੈ। ਸੁਨ ਮੱਖਣ ਕੇ ਪਇਓ ਬਿਖਾਦ। ਸੁਣ ਕੇ ਮੱਖਣ ਸ਼ਾਹ ਦੇ ਮਨ ਦੇ ਵਿੱਚ ਬੜਾ ਦੁੱਖ। ਇਹ ਜਦੋਂ ਗੱਲ ਸੁਣੀ ਨਾ ਮੱਖਣ ਸ਼ਾਹ ਨੇ, ਉਹਨੂੰ ਬਹੁਤ ਜ਼ਿਆਦਾ ਦੁੱਖ ਲੱਗਾ। ਹਤ ਹੋਵਤ ਪਾ ਉਰ ਅਹਲਾਦ। ਜਿਹੜੀ ਮਨ 'ਚ ਖੁਸ਼ੀ ਹੋਈ ਸੀ ਨਾ ਅੱਜ, ਉਹ ਸਾਰੀ ਖੁਸ਼ੀ ਉੱਡ ਗਈ। ਮਨ ਦੁਖੀ ਹੋ ਗਿਆ। ਕਹਿਣ ਲੱਗਾ, ਹੈ ਇਹ ਕੀ ਹੋ ਗਿਆ? ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਕਿਹੜੀ ਮੁਸੀਬਤ 'ਚ ਫਸਾ ਦਿੱਤਾ ਹੈ? ਉਹ ਤਾਂ ਇਹੀ ਕਹਿੰਦੇ ਸੀ ਵੀ ਤੇਰਾ ਕੰਮ ਹੋ ਗਿਆ, ਤੂੰ ਹੁਣ ਜਾ ਅਤੇ ਸਾਨੂੰ ਪ੍ਰਗਟ ਨਾ ਕਰ। ਪਰ ਮੈਂ ਮੱਲੋ ਮੱਲੀ ਸਾਰੇ ਪਾਸੇ ਢੰਡੋਰਾ ਪਿੱਟ ਦਿੱਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਗੁਰੂ ਸਾਹਿਬ ਦੇ ਸੰਗਤਾਂ ਦਰਸ਼ਨ ਕਰ ਰਹੀਆਂ। ਮੈਂ ਇਹ ਸੋਚਿਆ ਵੀ ਗੁਰੂ ਮਹਾਰਾਜ ਦੀ ਹੁਣ ਕਿਰਪਾ ਹੋਵੇਗੀ, ਸੰਗਤਾਂ ਦੀ ਭਟਕਣਾ ਮਿਟੇਗੀ, ਗੁਰੂ ਅਤੇ ਸਿੱਖਾਂ ਦਾ ਆਪਸ ਵਿੱਚ ਸੰਬੰਧ ਬਣੇਗਾ। ਮੈਂ ਤਾਂ ਸੋਚਿਆ ਭਲਾ ਸੀ, ਪਰ ਹੋ ਗਿਆ ਬੁਰਾ, ਉਲਟਾ ਕੰਮ ਹੋ ਗਿਆ। ਮੈਂ ਤਾਂ ਗੁਰੂ ਸਾਹਿਬ ਨੂੰ ਮੁਸੀਬਤਾਂ 'ਚ ਪਾ ਦਿੱਤਾ ਹੈ। ਕਿਸ ਕੋ ਗਹਿਓ ਤੀਰਮਲ ਓਟਾ। ਤੀਰਮਲ ਨੇ ਪਤਾ ਨਹੀਂ ਕਿਹਦੇ ਸਹਾਰੇ ਕੰਮ ਕੀਤਾ ਹੈ। ਕੋਈ ਪਿੱਛੋਂ ਸ਼ਹਿ ਹੈ ਤੀਰਮਲ ਨੂੰ, ਕੋਈ ਨਾ ਕੋਈ ਉਹਦਾ ਕੋਈ ਮਦਦਗਾਰ ਹੈ, ਜਾਂ ਉਹਦੇ ਕੋਲ ਪੈਸਾ ਬਹੁਤਾ ਹੈ, ਜਾਂ ਉਹਦੇ ਕੋਲ ਬੰਦੇ ਜ਼ਿਆਦਾ ਹਨ, ਜਾਂ ਕੋਈ ਸਰਕਾਰੀ ਬੰਦੇ ਉਹਦੀ ਮਦਦ ਕਰ ਰਹੇ ਹਨ। ਕੋਈ ਨਾ ਕੋਈ ਗੱਲ ਜ਼ਰੂਰ ਹੋਵੇਗੀ। ਕੀਨਸ ਕਰਮ ਜਾਹਿ ਅਸ ਖੋਟਾ। ਕਿਹਦੇ ਸਹਾਰੇ ਤੇ ਉਹਨੇ ਖੋਟਾ ਕੰਮ ਕੀਤਾ? ਐਡਾ ਨੀਚ ਕੰਮ ਤਾਂ ਕੋਈ ਵੀ ਨਹੀਂ ਕਰਦਾ। ਇੱਦਾਂ ਦੀ ਲੁੱਟਮਾਰ ਅਤੇ ਕਤਲੋ ਗਾਰਤ, ਖੂਨ ਖਰਾਬੇ ਗੁਰੂਆਂ ਨਾਲ, ਵੈਸੇ ਤਾਂ ਕਿਸੇ ਨਾਲ ਵੀ ਨਹੀਂ ਇਹ ਕੰਮ ਕਰਨਾ ਚਾਹੀਦਾ। ਮਹਾਰਾਜ ਦੀ ਬਾਣੀ ਤਾਂ ਕਹਿੰਦੀ ਵੀ ਸਾਰੇ ਹੀ ਸਾਡੇ ਭਰਾ ਹਨ, ਸਾਰੇ ਹੀ ਸਾਡੇ ਮਿੱਤਰ ਹਨ, ਪਰ ਧੀਰਮਲ ਨੇ ਖੋਟਾ ਕੰਮ ਕੀਤਾ ਹੈ। ਧਰ ਮੂਰਖਤਾ ਕਿਨਾ ਨਾ ਹੋਟਾ। ਮੂਰਖਪੁਣਾ ਕੀਤਾ ਹੈ ਧੀਰਮਲ ਨੇ, ਤੇ ਉਸ ਨੂੰ ਕਿਸੇ ਨੇ ਰੋਕਿਆ ਵੀ ਨਹੀਂ ਕਿ ਧੀਰਮਲ ਦੇ ਘਰ ਵਿੱਚ ਕੋਈ ਚੰਗੀ ਸਲਾਹ ਦੇਣ ਵਾਲਾ, ਕੋਈ ਨੇਕ ਸਲਾਹਕਾਰ ਨਹੀਂ ਹੈ ਜਿਹੜਾ ਧੀਰਮਲ ਨੂੰ ਸਮਝਾਵੇ ਵੀ ਬਾਬਾ ਜੀ ਇਹ ਕੰਮ ਤੁਹਾਨੂੰ ਸੋਭਾ ਨਹੀਂ ਦਿੰਦੇ, ਤੁਸੀਂ ਗੁਰੂ ਹੋ ਤੇ ਫਿਰ ਗੁਰੂਆਂ ਵਾਲੇ ਕੰਮ ਕਰੋ, ਤੇ ਜੇ ਗੁਰੂ ਬਣ ਕੇ ਡਾਕੂਆਂ ਵਾਲੇ ਕੰਮ ਕਰਨੇ ਆ ਤਾਂ ਫੇਰ ਕੌਣ ਗੁਰੂ ਕਵੇਗਾ? ਹਾਂਜੀ, ਪਰ ਹੈ ਅਬ ਹੈ ਜਿਸ ਘਰ ਕੇ ਟੋਟਾ। ਕਹਿੰਦੇ ਜਿਸ ਦੇ ਘਰ ਹੁਣ ਬਾਬਾ ਮੱਖਣ ਸ਼ਾਹ ਸੋਚਦਾ ਵੀ ਹੁਣ ਟੋਟਾ ਪਵੇਗਾ, ਹੁਣ ਧੀਰਮਲ ਨੂੰ ਹੱਥ ਲਾਣੇ ਪੈਣਗੇ। ਇਹਾ ਦੇਸ਼ ਕਮ ਬਸ ਹੈ ਬਾਸ। ਜਿੱਥੇ ਧੀਰਮਲ ਵਰਗੇ ਡਾਕੂ ਹਨ ਉੱਥੇ ਦੇਸ਼ ਕਿਵੇਂ ਵਸ ਸਕਦਾ? ਇੱਥੋਂ ਦੇ ਲੋਕ ਕਿਵੇਂ ਸੁਖੀ ਵਸਣਗੇ? ਸਿੱਖਾਂ ਨੂੰ ਕਿੱਥੇ ਰਹਿਣ ਦੇਣਗੇ ਇਹ ਲੋਕ?
ਇਹ ਤਾਂ ਗੁਰੂ ਨੂੰ ਤੇ ਸਿੱਖਾਂ ਨੂੰ ਖਾ ਜਾਣਗੇ। ਇਹ ਤਾਂ ਲੁਟੇਰੇ ਹਨ ਸਾਰੇ। ਛੀਨਹਿ ਨਿਬਲਨ ਸਬਲ ਹੁਲਾਸ। ਇਸ ਤਰ੍ਹਾਂ ਤਾਂ ਫਿਰ ਕਮਜ਼ੋਰ ਬੰਦਿਆਂ ਨੂੰ ਤਾਕਤਵਰ ਲੁੱਟ ਲਿਆ ਕਰਨਗੇ। ਇਹ ਕੋਈ ਰਾਜ ਨਹੀਂ ਹੈ, ਇਹ ਕੋਈ ਸਰਕਾਰ ਨਹੀਂ ਹੈ, ਇਹ ਕੋਈ ਕਾਨੂੰਨ ਨਹੀਂ ਹੈ। ਇਹ ਤਾਂ ਜੰਗਲ ਰਾਜ ਹੋ ਗਿਆ। ਜਿਹਦਾ ਜ਼ੋਰ ਹੈ ਉਹ ਖਾ ਲਵੇ ਲੁੱਟ ਕੇ। ਇਹ ਮਾੜਾ ਕੰਮ ਹੋ ਗਿਆ ਹੈ। ਮਮ ਸਤ ਗੁਰ ਕੋ ਤੋ ਨਿਰਬਲ ਨਾਹੀ। ਕਹਿੰਦੇ ਮੇਰੇ ਮਮ ਸਤ ਗੁਰ ਤੋ ਨਿਰਬਲ ਨਾਹੀ। ਮਾਤਾ ਜਿਹੜੀ ਹੈ ਉਹ ਤਾਂ ਮਮ ਸਤਿਗੁਰ ਤੋਂ ਸਤਿਗੁਰ ਪਿਆ ਨਾ ਸਤ ਪੜ ਪਾਠ। ਮਮ ਸਤਿਗੁਰ ਤੋਂ ਨਿਰਬਲ ਨਾਹੀ। ਧੀਰ ਮੱਖਣ ਸ਼ਾਹ ਸੋਚਦਾ ਵੀ ਮੇਰੇ ਸਤਿਗੁਰੂ ਤਾਂ ਕਮਜ਼ੋਰ ਨਹੀਂ ਹਨ। ਚਿਤ ਕਰ ਜਿਸ ਕੇ ਹੋਏ ਪਖ ਮਾਹੀ। ਜਿਹਦੇ ਵੱਲ ਉਹਨਾਂ ਦਾ ਹੱਥ ਹੋਵੇ ਉਹਦੀ ਹਾਰ ਨਹੀਂ ਹੋ ਸਕਦੀ। ਗੁਰੂ ਤਾਂ ਕੀ ਹਾਰੇਗਾ, ਗੁਰੂ ਦੇ ਸਿੱਖ ਵੀ ਨਹੀਂ ਹਾਰ ਸਕਦੇ। ਸਗਰੀ ਅਵਨੀ ਕੋ ਪਤ ਹਾਨ। ਸਾਰੀ ਧਰਤੀ ਦਾ ਮਾਲਕ ਹੋਣਾ, ਸਾਰੀ ਧਰਤੀ ਦਾ ਰਾਜਾ ਹੋਣਾ। ਇਸ ਜੈਸੇ ਕੀ ਗਿਣਤੀ ਕੌਣ। ਉਹ ਸਤਿਗੁਰੂ ਹੈ। ਸਤਿਗੁਰੂ ਸਾਰੇ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ। ਇਹ ਧੀਰਮਲ ਵਿਚਾਰੇ ਦੀ ਕੀ ਔਕਾਤ ਹੈ ਜਿਹੜਾ ਗੁਰੂਆਂ ਦੇ ਨਾਲ ਇੱਦਾਂ ਬਦਸਲੂਕੀ ਕਰੇ, ਆਪਣੀ ਕਰਾਮਾਤ ਦਿਖਾਵੇ। ਇਹ ਕੰਮ ਜਿਹੜਾ ਧੀਰਮਲ ਨੇ ਕੀਤਾ ਹੈ ਇਹ ਚੰਗਾ ਨਹੀਂ ਕੀਤਾ। ਤਦਪ ਮਹਿਮਾ ਸਤਿਗੁਰ ਗਰਵੀ। ਫਿਰ ਵੀ ਗੁਰੂ ਦੀ ਮਹਿਮਾ ਵੱਡੀ ਹੈ। ਗੁਰੂ ਫਿਰ ਵੀ ਸਹਾਰਾ ਕਰਦੇ ਨੇ। ਗੁਰੂਆਂ ਨੇ ਫਿਰ ਕੋਈ ਸਰਾਪ ਨਹੀਂ ਦਿੱਤਾ ਧੀਰਮਲ ਨੂੰ, ਕੋਈ ਬਚਨ ਨਹੀਂ ਅੱਗੋਂ ਕੌੜਾ ਕਿਹਾ। ਨਹੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਆਪ ਬੜੇ ਯੋਧੇ ਸਨ, ਸ਼ਸਤਰ ਧਾਰੀ ਸਨ, ਸ਼ਿਕਾਰ ਖੇਡਣ ਦੀ ਵਿੱਦਿਆ ਵੀ ਜਾਣਦੇ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਰਹਿ ਕੇ ਜੰਗ ਵੀ ਲੜੇ ਸਨ। ਅਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਆਪ ਹੀ ਤਲਵਾਰ ਚੁੱਕ ਕੇ ਖੜ੍ਹੇ ਹੋ ਜਾਂਦੇ ਤਾਂ ਸੀਏ ਮਸੰਦ ਵਰਗਿਆਂ ਨੂੰ ਝਟਕ ਦੇਣਾ ਸੀ ਮਿੰਟ ਵਿੱਚ। ਪਰ ਉਹਨਾਂ ਨੇ ਆਪਣੀ ਬਿਰਤੀ ਇਕਾਂਤ ਸ਼ਾਂਤ ਰੱਖੀ ਹੈ, ਕੋਈ ਪਰਵਾਹ ਨਹੀਂ ਕੀਤੀ। ਜੋ ਮਰਜ਼ੀ ਹੋ ਜਾਵੇ, ਵਾਧੇ ਘਾਟੇ ਨਫੇ ਨੁਕਸਾਨ, ਇਹਨਾਂ ਤੋਂ ਉੱਪਰ ਬਿਰਤੀ ਚਲੀ ਗਈ ਹੈ। ਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਵੱਡੀ ਮਹਾਨ ਮਹਿਮਾ ਦਾ ਪ੍ਰਗਟਾਵਾ ਬੜੀ ਧੀਰਜ ਨਾਲ ਕੀਤਾ ਹੈ। ਹੋਵਤ ਔਜ ਅਵਗਿਆ ਜਰਵੀ। ਉਹਨਾਂ ਨੇ ਜਿਹੜੀ ਅਵਗਿਆ ਸੀ ਉਹ ਜਰ ਲਈ। ਤਾਕਤ ਹੁੰਦਿਆਂ, ਮਾਣ ਹੁੰਦਿਆਂ ਹੋਏ ਨਿਮਾਣਾ, ਤਾਣ ਹੁੰਦਿਆਂ ਹੋਏ ਨਿਤਾਣਾ। ਮਹਾਂਪੁਰਸ਼ਾਂ ਨੇ ਬਾਣੀ 'ਚ ਲਿਖਿਆ ਹੀ ਹੈ ਵੀ ਜਿਹੜੇ ਮਹਾਂਪੁਰਸ਼ ਹੁੰਦੇ ਹੈ ਉਹ ਤਾਣ ਹੁੰਦਿਆਂ ਵੀ ਨਿਤਾਣੇ ਰਹਿੰਦੇ, ਮਾਣ ਹੁੰਦਿਆਂ ਨਿਮਾਣੇ ਰਹਿੰਦੇ। ਆਪਣੀ ਤਾਕਤ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਦੇ। ਨਹੀਂ ਜਨਾਇਓ ਆਪਣੋ ਆਪ। ਆਪਣਾ ਆਪ ਨਹੀਂ ਜਣਾਉਂਦੇ। ਜਿਨ ਮਹਿ ਸਮਰਥ ਬਹਦ ਪ੍ਰਤਾਪ। ਜਿਨ੍ਹਾਂ ਦੇ ਵਿੱਚ ਬੜੀ ਸਮਰੱਥਾ ਹੈ, ਬੜਾ ਪ੍ਰਤਾਪ ਹੈ ਜਿਨ੍ਹਾਂ ਦਾ। ਤੀਨ ਲੋਕ ਮਹਿ ਕੋਇ ਨ ਐਸੇ। ਤਿੰਨਾਂ ਲੋਕਾਂ ਵਿੱਚ ਐਸਾ ਕੋਈ ਵੀ ਨਹੀਂ ਸਮਤਾ ਧਰਹਿ ਗੁਰੂ ਚਿਤ ਜੈਸੇ। ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਬਰੀ ਕਰ ਸਕਦਾ ਹੋਵੇ। ਸਭ ਤੇ ਮਹਿਮਾ ਇਹ ਅਧਿਕਾਈ। ਸਾਰਿਆਂ ਤੋਂ ਵੱਧ ਕੇ ਮਹਿਮਾ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਅਜਰ ਜਰਨ ਜੋ ਹਿਰਦੈ ਵਸਾਈ। ਕਹਿੰਦੇ ਅਜਰ ਨੂੰ ਜਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਬਹੁਤ ਵੱਡਾ ਹੌਸਲਾ, ਬਹੁਤ ਵੱਡੀ ਧੀਰਜ ਰੱਖੀ ਹੈ। ਅਸਨਰ ਕੌਣ ਹੈ ਜਗ ਮਾਹੀ। ਐਸਾ ਕੌਣ ਹੈ ਉਹ ਆਦਮੀ ਦੁਨੀਆ ਦੇ ਵਿੱਚ ਹੋਇ ਅਤ ਬਲੀ ਜਨਾ ਵਹਿ ਨਾਹੀ। ਜਿਹੜਾ ਬਲੀ ਹੋ ਕੇ ਆਪਣੇ ਬਲ ਨੂੰ ਜਰ ਲਵੇ। ਤਾਕਤ ਹੁੰਦਿਆਂ, ਸ਼ਕਤੀ ਹੁੰਦਿਆਂ ਵੀ ਕਿਸੇ ਨੂੰ ਨਾ ਸਰਾਪ ਦੇਣਾ, ਨਾ ਕੋਈ ਅੱਗੋਂ ਜ਼ੁਬਾਨ ਖੋਲ੍ਹਣੀ, ਨਾ ਅੱਗੋਂ ਕੋਈ ਹਥਿਆਰ ਚੁੱਕਣਾ, ਹਰ ਤਰ੍ਹਾਂ ਨਾਲ ਭਾਣਾ ਮੰਨ ਲਿਆ ਹੈ। ਇੱਕ ਸਤ ਗੁਰ ਬਿਨ ਅਪਰ ਨਬੀਓ। ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ। ਆਪਨ ਹਾਨ ਕੋ ਚਹ ਕੀਓ। ਉਹਨਾਂ ਨੇ ਆਪਣੀ ਹਾਨੀ ਜਿਹੜੀ ਹੈ, ਆਪਣਾ ਨੁਕਸਾਨ, ਆਪਣਾ ਕਸ਼ਟ ਜਿਹੜਾ ਹੈ ਉਹ ਕਿਸੇ ਦੇ ਸਾਹਮਣੇ ਜ਼ਾਹਰ ਨਹੀਂ ਕੀਤਾ। ਨਹੀਂ ਤਾਂ ਕਿਸੇ ਨੂੰ ਕੋਈ ਤਕਲੀਫ ਦੇਵੇ ਤੇ ਉਹ ਰੌਲਾ ਪਾਉਂਦਾ ਵੀ ਮੇਰੇ ਨਾਲ ਆਹ ਹੋ ਰਿਹਾ, ਮੇਰੇ ਨਾਲ ਆਹ ਹੋ ਰਿਹਾ। ਗੁਰੂ ਨੇ ਇਹ ਵੀ ਨਹੀਂ ਕਿਸੇ ਨੂੰ ਲਾਂਭਾ ਦਿੱਤਾ, ਨਾ ਕੋਈ ਸ਼ਿਕਾਇਤ ਕੀਤੀ ਹੈ ਕਿਸੇ ਅੱਗੇ। ਉੱਦਾਂ ਹੀ ਸ਼ਾਂਤ ਬੈਠੇ ਰਹੇ ਹਨ। ਅਬ ਜੋ ਬਿਗਨ ਗੁਰ ਘਰ ਹੋਵਾ। ਹੁਣ ਜਿਹੜਾ ਗੁਰੂ ਘਰ ਦੇ ਵਿੱਚ ਵਿਘਨ ਪਿਆ ਹੈ, ਸਰਬ ਦੋਸ਼ ਮੈਂ ਆਪਣੋ ਜੋਵਾ। ਇਹ ਸਾਰਾ ਮੇਰੇ ਕਰਕੇ ਪਿਆ ਹੈ।
ਮੱਖਣ ਸ਼ਾਹ ਕਹਿੰਦਾ ਇਹ ਸਾਰਾ ਮੇਰਾ ਕਸੂਰ ਹੈ, ਜੋ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਨਹੀਂ ਮੰਨਿਆ। ਉਹ ਤਾਂ ਕਹਿੰਦੇ ਸੀ ਵੀ ਤੂੰ ਆਪਣਾ ਕੰਮ ਤੇਰਾ ਹੋ ਗਿਆ, ਤੂੰ ਜਾ ਤੇ ਲੋਕਾਂ 'ਚ ਰੌਲਾ ਨਾ ਪਾ। ਅਸੀਂ ਗੁਰੂ ਆ ਕੇ ਨਹੀਂ ਆ, ਇਹ ਤੂੰ ਕੀ ਲੈਣਾ ਰੌਲਾ ਪਾ ਕੇ, ਸਾਨੂੰ ਆਨੰਦ ਲੈਣ ਦੇ। ਪਰ ਮੈਂ ਗੁਰੂ ਸਾਹਿਬ ਨੂੰ ਪ੍ਰਗਟ ਕਰ ਦਿੱਤਾ ਹੈ, ਜਿਹਦੇ ਕਰਕੇ ਆ ਸਾਰਾ ਕੁਝ ਹੋਇਆ ਹੈ। ਸੋ ਤੋ ਰਹੇ ਹਟਾਏ ਬਧੇਰੇ, ਮਹਾਰਾਜ ਤਾਂ ਮੈਨੂੰ ਰੋਕਦੇ ਰਹੇ ਹਨ, ਮੈਂ ਬਿਦਤਾਏ ਸਭ ਪ੍ਰਤ ਟੇਰੇ। ਪਰ ਮੈਂ ਸੰਗਤ ਦਾ ਭਲਾ ਸੋਚ ਕੇ ਉਹਨਾਂ ਨੂੰ ਪ੍ਰਗਟ ਕਰ ਦਿੱਤਾ ਹੈ। ਜੇ ਅਸ ਬਿਗਨ ਬਿਨਾਸੋ ਨਾਹੀ, ਜੇ ਇਸ ਤਰ੍ਹਾਂ ਦੇ ਵਿਘਨ ਹੁਣ ਪੈਂਦੇ ਰਹੇ ਤੇ ਫੇਰ ਬੜਾ ਉਪਦਰਵ ਹੋਵੇਗਾ। ਜੇ ਇਹਨਾਂ ਵਿਘਨਾਂ ਨੂੰ ਨਾ ਠੱਲ ਪਾਈ ਮਹਾ ਦੋਸ਼ ਫਲ ਹੈ ਮੁਝ ਮਾਹੀ। ਤਾਂ ਮੈਨੂੰ ਹੋਰ ਦੋਸ਼ ਲੱਗੇਗਾ, ਹੋਰ ਮੈਨੂੰ ਫਲ ਮਿਲੇਗਾ, ਸਜ਼ਾ ਮਿਲੇਗੀ, ਕਿਉਂਕਿ ਗੁਰੂ ਸਾਹਿਬ ਦੀ ਨਿਰਾਦਰੀ ਹੋਈ ਹੈ, ਮੇਰੇ ਕਰਕੇ ਹੋਈ ਹੈ। ਨਿਜ ਬਲ ਤੇ ਮੈਂ ਸਕੋ ਸੁਧਾਰੀ, ਮੈਂ ਆਪਣੇ ਬਲ ਦੇ ਨਾਲ ਇਹਨੂੰ ਸੁਧਾਰਾਂ ਤੇ ਮੈਨੂੰ ਸੁਧਾਰਨਾ ਚਾਹੀਦਾ, ਕਿਉਂਕਿ ਜਿਹੜਾ ਕੰਮ ਬੰਦਾ ਕਰ ਸਕੇ ਭਲੇ ਦਾ, ਉਹ ਬੰਦੇ ਨੂੰ ਕਰਨਾ ਚਾਹੀਦਾ ਹੈ। ਜੇ ਬਲਵਾਨ ਮੋਹੇ ਕੋ ਮਾਰੀ, ਹਾਂ, ਜਿਹੜੇ ਬਲਵਾਨ ਮੈਨੂੰ ਮਾਰਨ, ਮ੍ਰਿਤੂ ਹੋਏ ਕਿਰਤਾਰਥ ਜਾਨੋ। ਜੇ ਉੱਥੇ ਲੜਾਈ ਦੇ ਵਿੱਚ ਧੀਰਮਲ ਦਾ ਜ਼ੋਰ ਪੈਂਦਾ ਹੈ ਤੇ ਮੈਂ ਮਾਰਿਆ ਜਾਂਦਾ ਹਾਂ, ਉਹਦੇ ਬਲੀ ਯੋਧੇ ਹਨ ਸਿੰਘੇ ਵਰਗੇ, ਮੈਨੂੰ ਮਾਰ ਵੀ ਦੇਣ ਤਾਂ ਮੇਰੀ ਮੌਤ ਵੀ ਜਿਹੜੀ ਹੈ ਉਹ ਸ਼ਹੀਦੀ ਬਣੇਗੀ, ਮੇਰਾ ਮਰਨਾ ਵੀ ਸਫਲ ਹੋਵੇਗਾ। ਮਰਨਾ ਤਾਂ ਹੈ, ਹਰ ਬੰਦਾ ਜੋ ਦੁਨੀਆ 'ਤੇ ਆਇਆ ਅੱਜ ਮਰੇ ਜਾਂ ਕੱਲ੍ਹ ਮਰੇ, ਮਰਨਾ ਹੈ। ਜੇ 100 ਵਰਿਆਂ ਜੀਵਣਾ ਭੀ ਧਨ ਹੋਸੀ ਖੇ, 100 ਸਾਲ ਵੀ ਜੇ ਕੋਈ ਜੀਵੇਗਾ ਫਿਰ ਵੀ ਮਰੇਗਾ, ਤੇ ਮੈਂ ਮਰਨਾ ਹੈ। ਇਸ ਕਰਕੇ ਅੱਜ ਗੁਰੂ ਦੇ ਲਾਗੇ, ਗੁਰੂ ਸੱਚੇ ਪਾਤਸ਼ਾਹ ਜੀ ਦੇ ਲੇਖੇ ਲੱਗ ਕੇ ਮਰ ਜਾਵਾਂ। ਅਬ ਮੈਂ ਜੀਵਨ ਸਫਲ ਨ ਮਾਨਾ, ਜੇ ਮੈਂ ਗੁਰੂ ਦੀ ਨਿਰਾਦਰੀ ਵੇਖ ਕੇ ਚੁੱਪ ਰਿਹਾ, ਮੱਖਣ ਸ਼ਾਹ ਕਹਿੰਦਾ ਧੀਰਮਲ ਨੂੰ ਮੈਂ ਸਜ਼ਾ ਨਾ ਦਿੱਤੀ ਤੇ ਫਿਰ ਮੇਰਾ ਜੀਣਾ ਵੀ ਕਿਸੇ ਕੰਮ ਦਾ ਨਹੀਂ ਹੈ। ਇਮ ਵਿਚਾਰ ਕਰ ਆਇਸ ਦੀਨ, ਇਸ ਤਰ੍ਹਾਂ ਵਿਚਾਰ ਕਰਕੇ ਮੱਖਣ ਸ਼ਾਹ ਨੇ ਆਪਣੀ ਫੌਜ ਨੂੰ ਆਗਿਆ ਦਿੱਤੀ। ਸਪਟ ਹੋ ਸੁਨੋ ਬਿਲਮ ਕਿਉ ਕੀਨ, ਆਪਣੇ 400-500 ਸਿਪਾਹੀਆਂ ਨੂੰ, ਹਥਿਆਰਬੰਦ ਬੰਦਿਆਂ ਨੂੰ, ਜਿਨ੍ਹਾਂ ਕੋਲ ਚੰਗੀਆਂ ਬੰਦੂਕਾਂ, ਤਲਵਾਰਾਂ, ਬਰਛੇ ਵੀ ਸਨ ਤੇ ਘੋੜੇ ਰੱਖੇ ਹੋਏ ਸਨ, ਉਹਨਾਂ 400-500 ਯੋਧਿਆਂ ਨੂੰ ਕਹਿਣ ਲੱਗਾ ਮੱਖਣ ਸ਼ਾਹ, ਸੂਰਮਿਓ ਹੁਣ ਕਾਹਦੀ ਦੇਰੀ ਕਰਦੇ ਹੋ? ਜਿਸ ਕਾਰਨ ਹਮ ਮਗ ਚਲ ਆਏ, ਜਿਹੜੇ ਕੰਮ ਲਈ ਆਪਾਂ ਇੱਥੇ ਆਏ ਹਾਂ, ਕਈ ਕੋਸਲਾ ਸੰਕਟ ਪਾਏ। ਇੰਨੇ ਦੂਰ ਹਜ਼ਾਰਾਂ ਮੀਲ ਦਾ ਸਫ਼ਰ ਕੀਤਾ ਹੈ, ਕਈ ਕੋਸਾਂ ਦਾ ਸਫ਼ਰ ਕਰਕੇ ਬੜਾ ਕਸ਼ਟ ਪਾ ਕੇ ਆਏ ਹਾਂ। ਸੋ ਕਾਰਜ ਬਿਗੜਦ ਅਬ ਜਾਤੋ, ਹਾਂ, ਉਹ ਕੰਮ ਵਿਗੜ ਚੱਲਿਆ, ਉਹ ਕੰਮ ਜਿਹੜਾ ਹੈ ਉਹ ਵਿਗੜਦਾ ਜਾ ਰਿਹਾ ਹੈ, ਗਹੋ ਸ਼ਸਤਰ ਤੀਸ਼ਨ ਰਿਪ ਘਾਤੋ। ਤੇ ਹੁਣ ਆਪਾਂ ਉਹ ਕੰਮ ਸਫਲ ਕਰਨ ਲਈ ਸ਼ਸਤਰ ਫੜੀਏ, ਤਿੱਖੀਆਂ ਤਲਵਾਰਾਂ, ਬਰਛੇ ਕੱਢੋ, ਬੰਦੂਕਾਂ ਸੰਭਾਲੋ, ਡਾਂਗਾਂ ਚੁੱਕੋ ਤੇ ਚੱਲ ਕੇ ਹੁਣ ਧੀਰਮਲ ਨੂੰ ਸਿੱਧਿਆਂ ਕਰੀਏ। ਜੇ ਮੁਝ ਸੋ ਕੋ ਕਰਹਲ ਰਾਈ, ਜੇ ਉਹ ਮੇਰਾ ਮੁਕਾਬਲਾ ਕਰਨਗੇ, ਆਪਣੇ ਨਾਲ ਲੜਨ ਅੱਗੋਂ, ਤਾਂ ਆਪਾਂ ਵੀ ਲੜਾਂਗੇ ਆਯੁਧ ਹੱਥ ਹੋ ਬਜਾ ਲਿਹੁ ਪਾਈ। ਤੇ ਫਿਰ ਨਹੀਂ ਲਿਹਾਜ਼ ਕਰਨਾ। ਜੇ ਅੱਗੋਂ ਹਥਿਆਰ ਚੁੱਕਦੇ ਨੇ, ਸਾਡੇ ਮੁਕਾਬਲੇ 'ਤੇ ਆਉਂਦੇ ਨੇ, ਤੇ ਫਿਰ ਡਾਂਗ ਫੇਰਨੀ ਹੈ ਤੇ ਆਪਾਂ ਅੱਜ ਮੋਰਚਾ ਫਤਿਹ ਕਰਕੇ ਚੱਲਣਾ ਹੈ। ਧਰਮ ਹੇਤ ਕਰ ਜੇ ਮ੍ਰਿਤ ਪਾਵਹੁ, ਇਹ ਧਰਮ ਦਾ ਜੰਗ ਹੈ, ਇਹ ਧਰਮ ਦੀ ਲੜਾਈ ਹੈ, ਤੇ ਜੇ ਧਰਮ ਦੀ ਲੜਾਈ ਵਿੱਚ ਆਪਾਂ ਸ਼ਹੀਦੀ ਪਾ ਗਏ ਸਰਗ ਨਿਸੰਸੈ ਸੁਖ ਸੋ ਜਾਵਹੁ। ਤਾਂ ਨਿਰਸੰਸੇ ਸਵਰਗਾਂ ਨੂੰ ਜਾਵਾਂਗੇ। ਕੋਈ ਸ਼ੱਕ ਨਹੀਂ, ਜਿਹੜਾ ਗੁਰੂ ਘਰ ਵਾਸਤੇ ਲੜਦਾ ਹੋਇਆ ਸੂਰਮਾ ਮਰਦਾ ਹੈ, ਉਹਦੇ ਸੱਚਖੰਡ ਦੇ ਦਰਵਾਜ਼ੇ ਖੁੱਲ੍ਹੇ ਹੀ ਹੁੰਦੇ ਹਨ। ਸੋ ਆਪਾਂ ਗੁਰੂ ਘਰ ਵਾਸਤੇ ਅੱਜ ਖੰਡਾ ਖੜਕਾਈਏ। ਗੁਰੂ ਦੀ ਬੇਅਦਬੀ ਕੀਤੀ ਹੈ ਧੀਰਮਲ ਨੇ, ਆਪਾਂ ਇਸ ਬੇਅਦਬੀ ਦਾ ਬਦਲਾ ਲਈਏ। ਤੂਰਨ ਕਰੇ ਤਿਆਰ ਨਰ ਸਾਰੇ, ਬਾਬੇ ਮੱਖਣ ਸ਼ਾਹ ਲਵਾਣੇ ਨੇ ਆਪਣੇ 400-500 ਯੋਧੇ ਤਿਆਰ ਕਰ ਲਏ ਚਲਿਓ ਆਪ ਉਦ ਬੇਗ ਹਤਾਰੇ। ਔਰ ਬੜੀ ਤੇਜ਼ੀ ਦੇ ਨਾਲ ਤੁਰ ਪਿਆ। ਸਿਪਰ ਖੜਗ ਨਿਜ ਕਰ ਮਹਿਲੀਨਸ, ਆਪ ਵੀ ਉਹਨੇ ਢਾਲ ਤਲਵਾਰ ਜਿਹੜੀ ਸੀ ਸਜਾ ਲਈ, ਹੱਥ ਵਿੱਚ ਢਾਲ ਤਲਵਾਰ ਲੈ ਕੇ
ਤੇ ਨਾਲ ਦੇ ਬੰਦਿਆਂ ਨੂੰ ਵੀ ਸ਼ਸਤਰ ਫੜਾ ਕੇ ਤੁਰ ਪਿਆ। ਗੁਰੂ ਅਵਗਿਆ ਤੇ ਰਿਸ ਭੀਨਸ। ਗੁਰੂ ਘਰ ਦੀ ਬੇਅਦਬੀ ਹੋਈ ਸੀ, ਇਸ ਗੱਲ ਦਾ ਗੁੱਸਾ ਆਇਆ ਮਨ ਦੇ ਵਿੱਚ। ਨਿਰਾਦਰੀ ਦਾ ਬਦਲਾ ਲੈਣ ਲਈ ਮੱਖਣ ਸ਼ਾਹ ਬੜਾ ਵੱਡਾ ਯੋਧਾ ਵੀ ਸੀ, ਉਹ ਸ਼ਾਹੂਕਾਰ ਵੀ ਸੀ। ਤੇ ਪੁਰਾਣੇ ਜ਼ਮਾਨੇ 'ਚ ਜਿਹੜੇ ਲੋਕ ਸ਼ਾਹੂਕਾਰ ਹੁੰਦੇ ਸੀ, ਰਾਜੇ ਹੁੰਦੇ ਸੀ ਛੋਟੇ ਮੋਟੇ, ਉਹ ਆਪਣੇ ਨਾਲ ਸ਼ਸਤਰਧਾਰੀ ਫੌਜ ਵੀ ਰੱਖਦੇ ਸੀ ਤੇ ਆਪ ਵੀ ਸ਼ਸਤਰ ਵਿੱਦਿਆ ਸਿੱਖੇ ਹੁੰਦੇ ਸੀ। ਵੀ ਕਈ ਵਾਰੀ ਹੋ ਜਾਂਦਾ ਵੀ ਫੌਜ ਕੋਲ ਨਹੀਂ ਰਹਿੰਦੀ ਤੇ ਆਪ ਆਪਣੀ ਜਾਨ ਬਚਾਉਣ ਲਈ ਮੁਕਾਬਲਾ ਕਰਨਾ ਪੈਂਦਾ। ਡਾਕੂਆਂ ਨਾਲ, ਚੋਰਾਂ ਨਾਲ ਮੁਕਾਬਲੇ ਹੁੰਦੇ ਰਹਿੰਦੇ ਸੀ। ਉਹ ਜ਼ਮਾਨਾ ਸੀ ਜਿਹੜਾ ਉਦੋਂ ਸਾਧ ਸੰਗਤ ਜੀ ਤਲਵਾਰ ਦਾ ਹੀ ਸਹਾਰਾ ਹੁੰਦਾ ਸੀ, ਸ਼ਸਤਰ ਦਾ ਹੀ ਸਹਾਰਾ ਹੁੰਦਾ ਸੀ। ਸੋ ਮੱਖਣ ਸ਼ਾਹ ਨੇ ਆਪਣੇ ਸ਼ਸਤਰ ਸਜਾ ਲਏ ਤੇ ਸ਼ਸਤਰਧਾਰੀਆਂ ਦੀ ਫੌਜ ਨਾਲ ਲੈ ਲਈ। ਗ੍ਰਾਮ ਨਜੀਕ ਜਬੈ ਚਲ ਆਇਓ। ਔਰ ਬਾਬੇ ਬਕਾਲੇ ਪਿੰਡ ਦੇ ਨੇੜੇ ਜਦੋਂ ਆਇਆ, ਸੁਨਿਓ ਰੌਰ ਜੋ ਨਰਨ ਮਚਾਇਓ। ਜਿਹੜਾ ਰੌਲਾ ਪਿਆ ਹੋਇਆ ਸੀ ਅੱਗੇ ਉਹ ਸੁਣਿਆ। ਹਾਹਾਕਾਰ ਕਰ ਹੈ ਤਹ ਕੋਈ। ਉੱਥੇ ਹਾਹਾਕਾਰ ਮਚੀ ਸੀ, ਧੀਰਮਲ ਦੀ ਕਰਤੂਤ ਦਾ ਸਾਰੇ ਪਾਸੇ ਚਰਚਾ ਹੋ ਰਿਹਾ ਸੀ। ਮਹਾ ਜ਼ੁਲਮ ਕੀ ਨਿਸ ਕਹਿ ਸੋਈ। ਸਾਰੇ ਪਿੰਡ ਵਾਲੇ ਤੇ ਬਾਹਰੋਂ ਆਈਆਂ ਹੋਈਆਂ ਸੰਗਤਾਂ ਇਹ ਕਹਿ ਰਹੀਆਂ ਸਨ ਵੀ ਧੀਰਮਲ ਨੇ ਬੜਾ ਜ਼ੁਲਮ ਕੀਤਾ ਹੈ। ਮਹਤ ਭਇਓ ਉਤਪਾਤ ਬਕਾਲੇ। ਬਕਾਲੇ ਵਿੱਚ ਬੜਾ ਉਤਪਾਤ ਹੋਇਆ, ਜੋ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚੱਲੀ ਹੈ। ਸੋਢੀ ਬਰਿੰਦ ਸ਼ਰੀਕ ਬਸਾਲੇ। ਔਰ ਇਹ ਸੋਢੀਆਂ ਨੇ ਬਹੁਤ ਮਾੜਾ, ਖਾਸ ਕਰਕੇ ਧੀਰਮਲ ਨੇ ਜਿਹੜਾ ਇਹ ਕਾਰਾ ਕੀਤਾ ਹੈ, ਇਹ ਕਰਤੂਤ ਕੀਤੀ ਹੈ, ਬਹੁਤ ਮਾੜੀ ਕਰਤੂਤ ਕੀਤੀ ਹੈ। ਆਪਣੇ ਚਾਚੇ ਤੇ ਗੋਲੀ ਚਲਾਈ ਹੈ ਔਰ ਗੁਰੂ ਘਰ ਦੇ ਵਿੱਚ ਇੱਦਾਂ ਦੀ ਹਰਕਤ ਹੋਣੀ ਨਹੀਂ ਸੀ ਚਾਹੀਦੀ ਜਿਹੜੀ ਧੀਰਮਲ ਨੇ ਕੀਤੀ ਹੈ। ਗਾਦੀ ਪਦ ਅਬ ਰਹਿਓ ਨ ਕੋਈ। ਹੁਣ ਗੁਰੂ ਦਾ ਗੱਦੀ ਦਾ ਮਾਲਕ ਕੋਈ ਨਹੀਂ ਰਿਹਾ। ਸਭ ਝਗੜਤ ਹੈ ਹਮ ਗੁਰ ਹੋਈ। ਸਾਰੇ ਗੁਰੂ ਬਣਨ ਪਿੱਛੇ ਝਗੜਦੇ ਹਨ। ਸਿੱਖਾਂ ਦੇ ਵਿੱਚ ਸ਼ਰਧਾ ਟੁੱਟਣ ਲੱਗ ਪਈ ਜਦੋਂ ਸਾਧ ਸੰਗਤ ਜੀ ਗੁਰਦੁਆਰਿਆਂ 'ਚ ਲੜਾਈਆਂ ਹੁੰਦੀਆਂ ਨਾ। ਅੱਜ ਕੱਲ੍ਹ ਵੀ ਕਈ ਵਾਰੀ ਸਾਡੇ 'ਚ ਕਈ ਸਾਡੇ ਭਰਾ ਬੜੀ ਬੇਸਮਝੀ ਦਾ ਪ੍ਰਗਟਾਵਾ ਕਰਦੇ ਹੈ। ਲੜਾਈਆਂ ਤੇ ਘਰ ਦੀਆਂ ਹੁੰਦੀਆਂ ਨੇ ਤੇ ਉਹ ਲੜਦੇ ਨੇ ਗੁਰਦੁਆਰਿਆਂ 'ਚ ਆ ਕੇ, ਪਰ ਇਹ ਸੋਚਦੇ ਨਹੀਂ ਵੀ ਇਹਦੇ ਨਾਲ ਬਦਨਾਮੀ ਪੰਥ ਦੀ ਹੁੰਦੀ ਹੈ, ਗੁਰੂ ਮਹਾਰਾਜ ਦੀ ਹੁੰਦੀ ਹੈ, ਸੰਗਤਾਂ ਦੀ ਸ਼ਰਧਾ ਟੁੱਟਦੀ ਹੈ। ਜਿਹੜੇ ਬੱਚੇ ਗੁਰਦੁਆਰਿਆਂ 'ਚ ਆਉਣਾ ਸ਼ੁਰੂ ਕਰਦੇ ਨੇ ਉਹ ਕਹਿੰਦੇ ਛੱਡੋ ਪਰੇ, ਗੁਰਦੁਆਰਿਆਂ 'ਚ ਕੀ, ਉੱਥੇ ਤੇ ਲੜਾਈਆਂ ਹੁੰਦੀਆਂ ਨੇ। ਸੋ ਗੁਰੂ ਘਰ ਦੇ ਵਿੱਚ ਜਦੋਂ ਵੀ ਕਿਤੇ ਲੜਾਈ ਝਗੜਾ ਹੋਵੇ ਉਹਦੇ ਨਾਲ ਸ਼ਰਧਾਵਾਨ ਸੰਗਤ ਦਾ ਵਿਸ਼ਵਾਸ ਘਟਦਾ। ਇੱਥੇ ਵੀ ਕਥਾ 'ਚ ਆ ਰਿਹਾ, ਕਹਿੰਦੇ ਲੋਕ ਗੱਲਾਂ ਕਰਨ ਲੱਗ ਪਏ ਵੀ ਹੁਣ ਗੁਰੂ ਨਹੀਂ ਕੋਈ ਰਿਹਾ, ਹੁਣ ਤੇ ਗੁਰੂ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਨੇ। ਅਜ਼ਮਤਵੰਤ ਗੁਰੂ ਬਣ ਜਾ ਹੈ। ਜਿਹੜਾ ਕੋਈ ਗੁਰੂ ਹੁੰਦਾ ਉਹਦੇ ਕੋਲ ਤਾਂ ਸ਼ਕਤੀ ਹੁੰਦੀ ਹੈ, ਕਰਾਮਾਤ ਹੁੰਦੀ ਹੈ, ਉਹਦੇ ਆਪਣੀ ਸ਼ਕਤੀ ਨਾਲ, ਆਪਣੀ ਪਾਵਰ ਨਾਲ, ਆਪਣੀ ਅਧਿਆਤਮਕ ਰੂਹਾਨੀ ਪਾਵਰ ਨਾਲ ਗੁਰੂ ਬਣਦਾ ਹੈ। ਸਨੇ ਸਨੇ ਕੂਰੇ ਗਿਰ ਪੈ ਹੈ। ਤੇ ਇਹਨਾਂ ਵਿੱਚੋਂ ਜਿੰਨੇ ਬਾਈ ਬੈਠੇ ਹੋਏ ਨੇ, ਜਿਹੜਾ ਕੋਈ ਮਹਾਂਪੁਰਸ਼ ਹੋਏਗਾ, ਜਿਹਨੇ ਕੋਈ ਪ੍ਰਮਾਤਮਾ ਦੀ ਭਗਤੀ ਕੀਤੀ ਹੋਏਗੀ, ਉਹ ਰਹਿ ਜਾਏਗਾ। ਜਿਹੜੇ ਕੱਚੇ ਪਿੱਲੇ ਹਨ ਉਹ ਝੜ ਜਾਣਗੇ। ਗੁਰੂ ਨਾਨਕ ਹੀ ਇਹ ਫੈਸਲਾ ਕਰੇਗਾ। ਗਇਓ ਗ੍ਰਾਮ ਮਹਿ ਗੁਰ ਕੋ ਦਾਸ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਰੌਲਾ ਪਿੰਡ 'ਚ ਪਿਆ ਹੋਇਆ ਸੀ। ਆਲੇ ਦੁਆਲੇ ਸੰਗਤਾਂ ਵਿੱਚ ਬੜੀ ਹਾਹਾਕਾਰ ਮਚੀ ਹੋਈ ਸੀ। ਇੰਨੇ ਨੂੰ ਬਾਬਾ ਮੱਖਣ ਸ਼ਾਹ ਜੀ ਪਿੰਡ 'ਚ ਵੜ ਗਏ ਸਕਲ ਕਹੀ ਮੱਖਣ ਕੇ ਪਾਸ। ਤੇ ਪਿੰਡ ਵਾਲਿਆਂ ਨੇ, ਸਿੱਖਾਂ ਨੇ ਮੱਖਣ ਸ਼ਾਹ ਨੂੰ ਸਾਰੀ ਗੱਲ ਦੱਸੀ। ਸੁਨਤ ਛੋਭ ਦੂਨੋ ਹੋਏ ਆਇਓ। ਗੁੱਸਾ ਹੋਰ ਦੁੱਗਣਾ ਚੜ ਗਿਆ। ਤਿਸ ਕੋ ਆਪਣੇ ਸੰਗ ਰਾਇਓ। ਜਿਹੜੇ ਬੰਦੇ ਨੇ ਸਾਰੀ ਹਕੀਕਤ ਦੱਸੀ ਸੀ, ਅੱਖਾਂ ਵੇਖਿਆ ਹਾਲ ਦੱਸਿਆ ਸੀ, ਉਹਨੂੰ ਨਾਲ ਲੈ ਲਿਆ ਮੱਖਣ ਸ਼ਾਹ ਨੇ। ਜਿਸ ਮਸੰਦ ਨੇ ਏਤੀ ਕਰੀ। ਕਹਿਣ ਲੱਗਾ ਮੈਨੂੰ ਜਰਾ ਦੱਸ ਵੀ ਜਿਹੜੇ ਮਸੰਦ ਨੇ ਏਡੀ ਕਰਤੂਤ ਕੀਤੀ ਉਹਦਾ ਨਾਂ ਕੀ ਹੈ, ਉਹਦੀ ਸ਼ਕਲ ਕੀ ਹੈ, ਕਿੱਥੇ ਹੈ ਉਹ, ਜਰਾ ਮੈਨੂੰ ਉਹਦਾ ਮੂੰਹ ਤਾਂ ਵਿਖਾ, ਫਿਰ ਮੈਂ ਦੇਖਾਂਗਾ ਵੀ ਉਹਨੇ ਗੁਰੂ ਤੇਗ ਬਹਾਦਰ ਸਾਹਿਬ 'ਤੇ ਕਿਵੇਂ ਗੋਲੀ ਚਲਾਈ ਹੈ, ਕਿਵੇਂ ਗੁਰੂ ਕਾ ਡੇਰਾ ਲੁੱਟਿਆ ਹੈ। ਤਿਸ ਕੋ ਦੇਹ ਦਿਖਾਏ ਇੱਕ ਬਰੀ। ਇੱਕ ਵਾਰੀ ਮੈਨੂੰ ਦਿਖਾ ਦੇ, ਫਿਰ ਮੈਂ ਜਾਣਾ ਤੇ ਉਹ ਜਾਣੇ। ਇੱਦਾਂ ਬਾਬਾ ਮੱਖਣ ਸ਼ਾਹ ਬਹੁਤ ਲੋਹਾ ਲਾਖਾ ਹੋ ਕੇ ਧੀਰਮਲ ਦੇ ਡੇਰੇ ਵੱਲ ਤੁਰ ਪਿਆ। ਇਮ ਕਹਿ ਆਚਕ ਜਾਏ ਪਰਿਓ ਹੈ। ਔਰ ਅਚਾਨਕ ਹੀ ਜਾ ਕੇ ਡੇਰੇ ਤੇ ਪੈ ਗਿਆ। ਸ਼ਸਤਰਧਾਰੀ ਯੋਧੇ ਵੀ ਨਾਲ ਸੀਗੇ, ਹੱਥ ਵਿੱਚ ਢਾਲ ਤਲਵਾਰ ਫੜੀ ਮੱਖਣ ਸ਼ਾਹ ਨੇ, ਤੇ ਨਾਲ ਉਹਦੇ ਜਿਹੜੇ ਸਿਪਾਹੀ ਸਨ ਉਹ ਵੀ ਹਥਿਆਰਬੰਦ ਸਾਰੇ।
ਉਹਨਾਂ ਨੇ ਜਾ ਕੇ ਧੀਰਮਲ ਦਾ ਡੇਰਾ ਘੇਰ ਲਿਆ। ਮਾਰ ਮਾਰ ਬੜ ਰੌਰ ਕਰਿਓ ਹੈ। ਮਾਰ ਲਓ ਹੋ ਗਈ, ਰੌਲਾ ਪੈ ਗਿਆ, ਲਲਕਾਰੇ ਵੱਜਣ ਲੱਗ ਪਏ, ਡਾਂਗਾਂ ਸੋਟੇ ਚੱਲਣ ਲੱਗ ਪਏ। ਡੇਰੇ ਬਿਖੈ ਪ੍ਰਵੇਸ਼ਿਓ ਜਾਏ। ਮੱਖਣ ਸ਼ਾਹ ਦੇ ਬੰਦੇ ਧੀਰਮਲ ਦੇ ਡੇਰੇ ਜਾ ਵੜੇ। ਸਭ ਸਪਟਨ ਕੋ ਲਿਓ ਦਬਾਏ। ਜਿੰਨੇ ਕੁ ਮੱਖਣ ਸ਼ਾਹ ਦੇ ਧੀਰਮਲ ਦੇ ਬੰਦੇ ਸੀ ਨਾ, ਬੰਦੂਕਾਂ ਵਾਲੇ, ਤਲਵਾਰਾਂ ਵਾਲੇ, ਬਰਛਿਆਂ ਵਾਲੇ, ਬਦਮਾਸ਼ ਬੰਦੇ, ਲੁੱਟ ਲੱਠ ਮਾਰ ਬੰਦੇ, ਲੋਟੂ ਟੋਲਾ, ਉਹ ਸਾਰਾ ਦੱਬ ਲਿਆ ਜਾ ਕੇ, ਲੰਮੇ ਪਾ ਲਏ, ਕੁੱਟੇ ਡਾਂਗਾ ਮਾਰ ਮਾਰ ਕੇ ਸਿੱਧੇ ਕਰ ਦਿੱਤੇ। ਜੋਧਾ ਹੋਤੇ ਪੰਜ ਸਹਿ ਸੰਗ। ਮੱਖਣ ਸ਼ਾਹ ਕੋਲ 500 ਯੋਧਾ ਸੀਗਾ, 500 ਸਿਪਾਹੀ ਸੀ ਸ਼ਸਤਰਧਾਰੀ। ਤੇ ਇਹ ਜਿਹੜੇ ਧੀਰਮਲੀਏ ਸੀਗੇ, ਇਹ ਤੇ ਕੜਾਹ ਖਾ ਖਾ ਕੇ ਉੱਦਾਂ ਹੀ ਫੁੱਲੇ ਫਿਰਦੇ ਸੀਗੇ। ਲੜਨ ਲੁੜਨ ਵਾਲੇ ਕਿੱਥੇ ਸੀ ਇੰਨੇ, ਬਸ ਐਵੇਂ ਕਮਜ਼ੋਰਾਂ ਉੱਤੇ ਤਾਂ ਜ਼ੋਰ ਜਮਾ ਲੈਂਦੇ ਸੀ। ਪਰ ਜੇ ਲੜਾਈ ਹੋਰ ਚੀਜ਼ ਹੁੰਦੀ ਹੈ ਤੇ ਐਵੇਂ ਕਿਸੇ ਨੂੰ ਦਬਕਾ ਦੁਬਕਾ ਮਾਰ ਲੈਣਾ, ਫੋਕੀ ਫੜ ਮਾਰ ਲੈਣੀ, ਉਹ ਗੱਲ ਹੋਰ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਵਰਗੇ ਮਹਾਂਪੁਰਸ਼ ਸਾਧੂ ਨੂੰ ਜਾ ਕੇ ਧਮਕੀਆਂ ਦੇ ਆਏ, ਉਹ ਗੱਲ ਹੋਰ। ਪਰ ਜਦੋਂ ਡਾਂਗਾਂ ਵਾਲਿਆਂ ਦਾ ਮੁਕਾਬਲਾ ਕਰਨਾ ਪਿਆ, ਉਦੋਂ ਗੱਲ ਹੋਰ ਬਣ ਗਈ। ਕਹਿੰਦੇ ਮੱਖਣ ਸ਼ਾਹ ਦੇ ਬੰਦਿਆਂ ਨੇ ਕੋਟੇ ਛੱਲੀਆਂ ਤਰ੍ਹਾਂ ਲੰਮੇ ਪਾ ਕੇ, ਜਿਨਹੁ ਉਠਾਏ ਖੜਗ ਉਤੰਗ। ਜਿਨ੍ਹਾਂ ਨੇ ਅੱਗੋਂ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹਥਿਆਰ ਚੁੱਕ ਕੇ, ਕਿਉਂਕਿ ਕੁਝ ਸੀਏ ਮਸੰਦ ਵਰਗੇ ਹੈ ਸੀ ਬੰਦੇ ਜਿਹੜੇ ਹਥਿਆਰ ਚਲਾਉਣਾ ਜਾਣਦੇ ਸੀ। ਉਹ ਜਿਹੜੇ 2 4 10 ਬੰਦੇ ਇਹੋ ਜਿਹੇ ਸੀਗੇ, ਮੱਖਣ ਉੱਚਾ ਕਹਿਓ ਪੁਕਾਰ। ਉਹਨਾਂ ਨੂੰ ਢਾ ਲਿਆ, ਲੰਮਿਆਂ ਪਾ ਲਿਆ, ਕੁੱਟਿਆ ਫੜ ਕੇ। ਕਹਿੰਦੇ ਮੱਖਣ ਸ਼ਾਹ ਨੇ ਉੱਚੀ ਆਵਾਜ਼ ਵਿੱਚ ਲਲਕਾਰ ਕੇ ਆਖਿਆ, ਨਹਿ ਪੂਰਬ ਹੀ ਕਰਹਿ ਪ੍ਰਹਾਰ। ਦੇਖੋ ਬਈ, ਮੈਂ ਤੁਹਾਨੂੰ ਜਾਨ ਤੋਂ ਮਾਰਨਾ ਨਹੀਂ ਚਾਹੁੰਦਾ, ਪਹਿਲਾਂ ਤੁਹਾਡੇ ਤੇ ਮੈਂ ਪਹਿਲ ਨਹੀਂ ਕਰਨੀ ਚਾਹੁੰਦਾ। ਧੀਰਮਲ ਕੋ ਮਾਨਵ ਜੋਈ। ਕਹਿੰਦੇ ਜਿਹੜੇ ਕੋਈ ਧੀਰਮਲ ਦੇ ਬੰਦੇ ਹਨ, ਕਰਹਿ ਸ਼ਸਤਰ ਹੱਥ ਪ੍ਰਤਮੈ ਕੋਈ। ਕਹਿੰਦੇ ਜਿਹੜਾ ਵੀ ਪਹਿਲਾਂ ਸ਼ਸਤਰ ਦਾ ਤੁਹਾਡੇ 'ਚੋਂ ਵਾਰ ਕਰੇਗਾ, ਅਸੀਂ ਉਹਨੂੰ ਮਾਰਾਂਗੇ, ਕਿਉਂਕਿ ਸਾਰਿਆਂ ਬੇਗੁਨਾਹਾਂ ਨੂੰ ਤਾਂ ਮਾਰਨਾ ਨਹੀਂ। ਮੱਖਣ ਸ਼ਾਹ ਦੀ ਕਿਹੜਾ ਦੁਸ਼ਮਣੀ ਸੀ ਇਹਨਾਂ ਨਾਲ, ਉਹ ਤਾਂ ਇਹਨਾਂ ਨੂੰ ਸਿੱਧੇ ਕਰਨਾ ਚਾਹੁੰਦਾ ਸੀ ਵੀ ਬੰਦੇ ਬਣ ਜਾਓ। ਜਿਹੜਾ ਵੀ ਤੁਹਾਡੇ 'ਚੋਂ ਪਹਿਲਾ ਵਾਰ ਕਰੇਗਾ, ਤੋ ਸਭ ਆਯੁਧ ਏਵ ਪ੍ਰਹਾਰੋ। ਉਹਨੂੰ ਨਹੀਂ ਅਸੀਂ ਛੱਡਾਂਗੇ। ਤੇ ਆਪਣੇ ਬੰਦਿਆਂ ਨੂੰ ਕਹਿਤਾ ਵੀ ਜਿਹੜਾ ਕੋਈ ਅੱਗੋਂ ਹਥਿਆਰ ਚੁੱਕੇ ਤੁਹਾਡੇ ਤੇ, ਉਹਨੂੰ ਮਾਰ ਲਓ, ਰੁੰਡ ਮੁੰਡ ਨਿਆਰੇ ਕਰ ਡਾਰੋ। ਉਹਨੂੰ ਬੇਸ਼ੱਕ ਕਤਲ ਕਰ ਦਿਓ, ਤਲਵਾਰ ਦੇ ਨਾਲ ਝਟਕਾ ਹੀ ਦਿਓ ਬੇਸ਼ੱਕ। ਜੇ ਕੋਈ ਅੱਗੋਂ ਹਥਿਆਰ ਨਾਲ ਤੁਹਾਡੇ ਤੇ ਗੋਲੀ ਚਲਾਉਂਦਾ ਹੈ ਜਾਂ ਬਰਛਾ ਜਾਂ ਤਲਵਾਰ ਮਾਰਦਾ ਹੈ, ਫਿਰ ਉਹਦਾ ਕੀ ਲਿਹਾਜ਼ ਕਰਨਾ ਹੋਇਆ। ਤੇ ਜਿਹੜਾ ਨਹੀਂ ਕਰਦਾ ਜਾਂ ਹਥਿਆਰ ਰੱਖ ਦਿੰਦਾ, ਕਹਿੰਦਾ ਵੀ ਨਹੀਂ ਅਸੀਂ ਲੜਨਾ ਨਹੀਂ, ਉਹਨੂੰ ਨਹੀਂ ਕੁਛ ਕਹਿਣਾ। ਹਾਂਜੀ, ਇਹ ਵੀ ਜਨ ਹੈ ਐਸੀ ਕਰੋ। ਕਹਿੰਦੇ ਇਹਨਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਧੀਰਮਲੀਆਂ ਨੂੰ, ਇਹ ਵੀ ਜਾਣ ਜਾਣ ਵੀ ਸਾਨੂੰ ਵੀ ਕੋਈ ਟੱਕਰਿਆ ਸੀ, ਇਹ ਤਾਂ ਆਪਣੀ ਬਦਮਾਸ਼ੀ ਦਿਖਾਉਂਦੇ ਆ। ਗੁਰੂ ਘਰ 'ਚ ਜਾ ਕੇ ਲੁੱਟਮਾਰ ਕੀਤੀ ਇਹਨਾਂ ਨੇ, ਤੇ ਇਹਨਾਂ ਲੁਟੇਰਿਆਂ ਨੂੰ ਹੁਣ ਜਰਾ ਹੱਥ ਲਾਈਏ। ਮਹਾ ਦੁਸ਼ਟ ਗਹਿ ਲਿਹੋ ਨਹਿ ਡਰੋ। ਇਹ ਮਹਾ ਦੁਸ਼ਟ ਬੰਦੇ ਜਿਹੜੇ ਪਾਪੀ ਬੰਦੇ ਨੇ, ਇਹਨਾਂ ਨੂੰ ਸਿੱਧੇ ਕਰੀਏ ਹੁਣ ਆਪਾਂ। ਲੁੱਟ ਲਿਓ ਇਨ ਕੋ ਸਭ ਡੇਰਾ। ਔਰ ਧੀਰਮਲ ਦਾ ਜਿੰਨਾ ਸਾਜੋ ਸਮਾਨ ਹੈ ਨਾ, ਸਾਰਾ ਲੁੱਟ ਕੇ ਲੈ ਜਾਣਾ ਆਪਾਂ। ਇਹ ਗੁਰੂ ਦਾ ਡੇਰਾ ਲੁੱਟ ਕੇ ਲਿਆਏ, ਤੇ ਆਪਾਂ ਇਹਦਾ ਡੇਰਾ ਲੁੱਟ ਕੇ ਲੈ ਚੱਲੀਏ। ਜੋ ਐਸ਼ਵਰਜੇ ਲੈ ਰਹੇ ਕਨੇਰਾ। ਇਹ ਜਿਹੜਾ ਰਾਜ ਕਰ ਰਿਹਾ ਇੱਥੇ, ਬੜੇ ਹਾਥੀ ਘੋੜੇ ਬੰਨੀ ਫਿਰਦਾ, ਬੜੇ ਵਧੀਆ ਵਧੀਆ ਦੀਵਾਨ ਲਾਈ ਬੈਠਾ, ਆਪਣਾ ਰਾਜਿਆਂ ਮਹਾਰਾਜਿਆਂ ਵਰਗਾ ਇਹਨੇ ਸ਼ਾਨੋ ਸ਼ੌਕਤ ਬਣਾਇਆ ਹੋਇਆ। ਇਹ ਨਹੀਂ ਰਹਿਣ ਦੇਣਾ ਇਹਦੇ ਕੋਲ ਹੁਣ ਆਪਾਂ। ਜੇਕਰ ਅੱਗੇ ਹੱਥ ਉਠਾਵੈ ਹੈ। ਤੇ ਜੇ ਕੋਈ ਅੱਗੋਂ ਹੱਥ ਚੁੱਕੇ ਸਾਡਾ ਮੁਕਾਬਲਾ ਕਰੇ, ਕਿਦਾ ਕਟਕ ਕੋ ਬਾਤ ਸੁਣਾਵੈ ਹੈ। ਜਾਂ ਕੋਈ ਕੌੜਾ ਬਚਨ ਕਰੇ, ਗਾਲ ਦੁੱਪੜ ਕੱਢੇ, ਇੱਕ ਤੇ ਦੁਆ ਦੁਆ ਤੇ ਕਰ ਚਾਰ। ਤੇ ਫਿਰ 2 ਟੋਟੇ ਕਰ ਦਿਓ ਤੇ 2 ਤੋਂ 4 ਕਰ ਦਿਓ, ਲਿਹਾਜ਼ ਕੋਈ ਨਹੀਂ ਕਰਨਾ, ਵੱਢ ਕੇ ਸੁੱਟੋ ਫਿਰ ਇਹਨਾਂ ਨੂੰ। ਜੇ ਅੱਗੋਂ ਹਥਿਆਰ ਚੁੱਕਦੇ ਨੇ ਫਿਰ ਨਹੀਂ ਲਿਹਾਜ਼, ਤੇ ਜੇ ਚੁੱਪ ਕਰਕੇ ਪਰੇ ਆ ਜਾਣ ਤੇ ਆਪਾਂ ਸਮਾਨ ਚੁੱਕ ਕੇ ਲੈ ਜਾਣਾ, ਆਪਾਂ ਮਾਰਨਾ ਨਹੀਂ ਕਿਸੇ ਨੂੰ। ਤੇ ਜੇ ਕੋਈ ਕਹੇਗਾ ਵੀ ਨਹੀਂ ਅਸੀਂ ਜਾਣ ਨਹੀਂ ਦਿੰਦੇ, ਸਮਾਨ ਚੁੱਕਣ ਨਹੀਂ ਦਿੰਦੇ, ਮੁਕਾਬਲਾ ਕਰੇ, ਤੇ ਫਿਰ ਮੁਕਾਬਲਾ ਉਹਦਾ ਆਪਾਂ ਕਰਾਂਗੇ। ਇਸ ਤਰ੍ਹਾਂ ਬਾਬੇ ਮੱਖਣ ਸ਼ਾਹ ਨੇ ਆਪਣੀ ਫੌਜ ਨੂੰ ਨੀਤੀ ਦੱਸੀ ਹੈ। ਐਸੇ ਕੀ ਜਹ ਖੜਕ ਪ੍ਰਹਾਰ। ਕਹਿੰਦਾ ਇਹੋ ਜਿਹੀ ਤੇਗ ਚਲਾਓ ਇਹਨਾਂ ਉੱਤੇ। ਸ਼੍ਰੀ ਗੁਰ ਸੰਗ ਕਰੀ ਇਨ ਜੈਸੀ। ਇਹਨਾਂ ਨੇ ਜੋ ਗੁਰੂ ਸਾਹਿਬ ਦੇ ਘਰ ਲੁੱਟਮਾਰ ਕੀਤੀ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ ਹੈ, ਚਾਹਿਤ ਹੋਤੀ ਕਰਨ ਅਬ ਤੈਸੀ। ਮੇਰਾ ਤਾਂ ਜੀ ਕਰਦਾ ਉਸ ਦਾ ਹੀ ਕਰੀਏ, ਇਹਨਾਂ ਨੂੰ ਵੀ ਗੋਲੀਆਂ ਮਾਰ ਕੇ ਖਤਮ ਕਰੀਏ। ਤਦਬ ਗੁਰਕ ਕੇ ਕੁਲ ਮਹਿ ਭਇਓ। ਪਰ ਫਿਰ ਇਸ ਕਰਕੇ ਸੋਚੀਦਾ ਵੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤ ਆ,
ਆਪਾਂ ਮਾਰਾਂਗੇ, ਗੁਰੂ ਦੀ ਕੁਲ ਦਾ ਘਾਣ ਹੋਵੇਗਾ, ਗੁਰੂ ਦੇ ਬੱਚਿਆਂ ਨੂੰ ਮਾਰਨਾ ਪਾਪ ਲੱਗੇਗਾ। ਇਸ ਕਰਕੇ ਆਪਾਂ ਇਹਨਾਂ ਵਰਗਾ ਨਹੀਂ ਕਰ ਸਕਦੇ। ਇਹ ਤਾਂ ਬੇਸ਼ਰਮ ਨੇ, ਆਪਾਂ ਨੂੰ ਗੁਰੂ ਦੀ ਸ਼ਰਮ ਹੈ, ਇਹਨਾਂ ਦੀ ਸ਼ਰਮ ਨਹੀਂ। ਸਾਨੂੰ ਇਹਨਾਂ ਦੇ ਦਾਦਾ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਮ ਹੈ ਵੀ ਇਹ ਉਹਦਾ ਪੋਤਾ ਹੈ 6ਵੇਂ ਪਾਤਸ਼ਾਹ ਮਹਾਂਬਲੀ ਦਾ, ਜਿਹਦੇ ਸਾਹਮਣੇ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦੀਆਂ ਗੋਡੀਆਂ ਲੱਗ ਗਈਆਂ ਸਨ। ਅਤੇ ਉਸ ਸਤਿਗੁਰਾਂ ਦੇ ਪ੍ਰਤਾਪ ਦੇ ਅੱਗੇ ਸਾਡਾ ਸਿਰ ਝੁਕਦਾ, ਅਸੀਂ ਉਹਨਾਂ ਦੇ ਸਿੱਖ ਹਾਂ। ਇਸ ਕਰਕੇ ਅਸੀਂ ਧੀਰਮਲ ਨੂੰ ਜਾਨ ਤੋਂ ਨਹੀਂ ਮਾਰਨਾ, ਇਹਨੂੰ ਅਸੀਂ ਡੰਡਾ ਸੋਟਾ ਵੀ ਨਹੀਂ ਮਾਰਨਾ, ਪਰ ਜੇ ਇਹਦੇ ਬੰਦੇ ਬਦਮਾਸ਼ੀ ਕਰਨਗੇ ਫਿਰ ਆਪਾਂ ਲਿਹਾਜ਼ ਵੀ ਨਹੀਂ ਕਰਨਾ। ਇਹ ਬਾਬੇ ਮੱਖਣ ਸ਼ਾਹ ਨੇ ਦੇਖੋ, ਗੁਰੂ ਕੇ ਸਿੱਖ ਦੀ ਮਰਜ਼ਾਦਾ ਹੁੰਦੀ, ਹਰ ਕੰਮ ਨੂੰ ਬੜੇ ਬੈਲੈਂਸ ਨਾਲ ਕਰ ਰਹੇ। ਇਹ ਵੀ ਨਹੀਂ ਵੀ ਜਾ ਕੇ ਸਿੱਧਾ ਹੀ ਬੁਰਛਾ ਕਰਤੀ, ਡਾਂਗਾਂ ਸੋਟੇ ਮਾਰਨ, ਵੱਢਣ ਟੁੱਕਣ ਲੱਗ ਪਏ, ਇੱਦਾਂ ਨਹੀਂ ਕੀਤਾ। ਉਹਨੇ ਕਿਹਾ ਜਿਹੜਾ ਅੱਗੋਂ ਆਕੜੇ ਉਹਨੂੰ ਲੰਮਾ ਪਾਓ, ਕੁੱਟੋ, ਅਤੇ ਜਿਹੜਾ ਅੱਗੋਂ ਕਵੇ ਵੀ ਅਸੀਂ ਨਹੀਂ ਕੁਛ ਕਰਦੇ ਜੀ, ਸਾਨੂੰ ਮਾफ़ ਕਰੋ, ਉਹਨੂੰ ਕੋ ਪਰਾਂ ਹੋ ਕੇ ਬਹਿ ਜਾ, ਅਤੇ ਸਮਾਨ ਆਪਾਂ ਨਹੀਂ ਛੱਡਣਾ। ਧੀਰਮਲ ਦਾ ਡੇਰਾ, ਕਿਉਂਕਿ ਉਹਨਾਂ ਨੇ ਸਾਡੇ ਗੁਰੂ ਦਾ ਸਮਾਨ ਲੁੱਟਿਆ ਹੈ, ਗੁਰੂ ਕੇ ਲੰਗਰ ਦੇ ਭਾਂਡਿਆਂ ਤੱਕ ਨਹੀਂ ਰਹਿਣ ਦਿੱਤੇ, ਆਪਾਂ ਉਹਦੇ ਘਰ ਦੇ ਭਾਂਡੇ ਨਹੀਂ ਰਹਿਣ ਦੇਣੇ, ਸਮਾਨ ਆਪਾਂ ਸਾਰਾ ਵਾਪਸ ਲਿਆਉਣਾ ਹੈ। ਇਹਦਾ ਮੱਖਣ ਸ਼ਾਹ ਨੇ ਆਪਣੇ ਬੰਦਿਆਂ ਨੂੰ ਸਮਝਾ ਕੇ ਲਿਆਂਦਾ ਹੈ। ਹਾਂਜੀ, ਯਾ ਤੇ ਜੀਵਤ ਅਬ ਰਹਿ ਗਇਓ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੋਣ ਕਰਕੇ ਬਚਿਆ, ਨਹੀਂ ਤਾਂ ਇਹਨੂੰ ਛੱਡਣਾ ਅਸੀਂ ਨਹੀਂ ਸੀ। ਇਹਨੇ ਤਾਂ ਗੋਲੀ ਚਲਾਤੀ ਗੁਰੂ ਸਾਹਿਬ 'ਤੇ, ਪਰ ਅਸੀਂ ਇਹਦੇ ਉੱਤੇ ਗੋਲੀ ਨਹੀਂ ਚਲਾ ਸਕਦੇ, ਕਿਉਂਕਿ ਗੁਰੂ ਦੀ ਅੰਸ਼ ਵੰਸ਼ ਹੈ। ਧੀਰਮਲ ਕੋ ਕੁਛ ਨ ਕਹੀਜੈ। ਆਪਣੇ ਬੰਦਿਆਂ ਨੂੰ ਕਹਿੰਦਾ ਬਾਬਾ ਮੱਖਣ ਸ਼ਾਹ ਵੀ ਧੀਰਮਲ ਨੂੰ ਨਾ ਕੁਛ ਕਿਹਾ ਜੇ, ਆਪਾਂ ਉਹਨੂੰ ਡੰਡਾ ਸੋਟਾ ਨਹੀਂ ਮਾਰਨਾ, ਕਿਉਂ? ਗੁਰੂ ਦਾ ਪੁੱਤਰ ਹੈ, ਅਕਸਰ ਨੂੰ ਬਾਬੇ ਗੁਰਦਿੱਤੇ ਦਾ ਪੁੱਤਰ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ। ਗਹੋ ਮਸੰਦ ਬੰਦ ਕਰ ਲੀਜੈ। ਤੇ ਮਸੰਦਾਂ ਨੂੰ ਬੰਨ੍ਹ ਲਓ, ਸੰਗਲ ਮਾਰ ਲਓ, ਸਾਰਿਆਂ ਨੂੰ ਹੱਥ ਕੜੀਆਂ ਲਾ ਲਓ, ਇਹਨਾਂ ਦੀ ਬਾਹਾਂ ਬੰਨ੍ਹ ਕੇ ਲੰਮੇ ਪਾ ਕੇ ਡੰਗ ਫੇਰੋ ਇਹਨਾਂ ਨੂੰ, ਤਾਂ ਕਿ ਇਹ ਮਸੰਦ ਹੀ ਅੱਗ ਲਾਉਂਦੇ ਸੀ। ਧੀਰਮਲ ਤਾਂ ਕਹਿੰਦਾ ਸੀ ਵੀ ਤੁਸੀਂ ਮੇਰੇ ਚਾਚੇ ਦੇ ਗੋਲੀ ਨਾ ਚਲਾਇਆ ਜੇ, ਉੱਦਾਂ ਮਾੜਾ ਜਿਹਾ ਡਰਾ ਦਿਆ ਜੇ। ਅਤੇ ਇਹ ਕਹਿੰਦੇ ਸੀ ਤੁਸੀਂ ਬਾਬਾ ਜੀ ਤੁਸੀਂ ਗੱਦੀ 'ਤੇ ਬੈਠੇ ਰਹੋ, ਅਸੀਂ ਜਾਣੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਜਾਣ, ਅਸੀਂ ਆਪੇ ਕਰਾਂਗੇ। ਇਹਨਾਂ ਨੇ ਵੱਧ ਕੇ ਕੰਮ ਕੀਤਾ, ਜਿਹੜਾ ਵੱਧ ਕੇ ਕੰਮ ਕੀਤਾ ਹੈ ਇਹਦੇ ਕਰਕੇ ਇਹਨਾਂ ਨੂੰ ਕਰਮ ਦੀ ਸਜ਼ਾ ਦੇਣੀ ਹੈ। ਹਾਥ ਪਿਛਾਰੀ ਕਰਕੇ ਦੋਏ। ਕਹਿੰਦੇ ਇਹਨਾਂ ਦੇ ਮਸੰਦਾਂ ਦੇ ਹੱਥ ਪਿੱਛੇ ਕਰਕੇ ਬੰਨ੍ਹ ਲੈਣੇ ਹੈ। ਦਾਮਨ ਸਾਥ ਬਾਂਧ ਲਿਓ ਸੋਏ। ਰੱਸੀਆਂ ਨਾਲ ਬੰਨ੍ਹ ਲਓ, ਜਿਵੇਂ ਹੱਥ ਕੜੀਆਂ ਲਾਈ ਦੀਆਂ ਨੇ, ਪਿਛਾਂ ਕਰਕੇ ਹੱਥ ਮੁਸ਼ਕਾਂ ਬੰਨੋ ਇਹਨਾਂ ਦੀਆਂ। ਸਗਰੀ ਵਸਤ ਸੰਭਾਰ ਉਠਾਵਹੁ। ਸਾਰਾ ਸਾਜੋ ਸਮਾਨ ਗੁਰੂ ਘਰ ਦਾ ਸਾਰਾ ਚੁੱਕਣਾ ਹੈ, ਸਤਿਗੁਰ ਕੇ ਘਰ ਕੋ ਪਹੁੰਚਾਵਹੁ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਘਰ ਪਹੁੰਚਾਉਣਾ। ਜਿੰਨਾ ਇਹ ਲੁੱਟ ਕੇ ਲਿਆਏ ਨੇ ਉਹਦਾ ਆਪਾਂ ਲੈਣਾ ਹੀ ਹੈ, ਇਹਨਾਂ ਦਾ ਵੀ ਨਹੀਂ ਆਪਾਂ ਛੱਡਣਾ, ਉਹ ਵੀ ਲੈ ਜਾਣਾ ਚੱਕ ਕੇ ਨਾਲ। ਹਾਂਜੀ, ਇਮ ਕਹਿ ਮੱਖਣ ਰਿਸ ਉਰ ਭਰ ਕੇ। ਇਹ ਤਾਂ ਮੱਖਣ ਸ਼ਾਹ ਬੜੇ ਗੁੱਸੇ ਵਿੱਚ ਆ ਕੇ ਕਹਿ ਰਿਹਾ ਹੈ, ਬਦਨ ਬਿਲੋਚਨ ਆਰੁਣ ਕਰਕੇ। ਅੱਖਾਂ ਲਾਲ ਹੋਈਆਂ ਪਈਆਂ ਗੁੱਸੇ ਦੇ ਨਾਲ, ਨਿਰਭੈ ਹੋਏ ਜਿਮ ਕੇ ਹਰ ਕਰੂਰ। ਜਿਵੇਂ ਬੱਬਰ ਸ਼ੇਰ ਨੂੰ ਗੁੱਸਾ ਆਇਆ ਹੁੰਦਾ ਹੈ। ਪਿਖ ਅਜੋਗਤਾ ਤਪਤਿਓ ਪੂਰ। ਇੱਦਾਂ ਇਹਨਾਂ ਧੀਰਮਲੀਆਂ ਦੀ ਕਰਤੂਤ ਦਾ ਗੁੱਸਾ ਬਾਬੇ ਮੱਖਣ ਸ਼ਾਹ ਨੂੰ ਚੜ੍ਹਿਆ ਹੈ। ਹੋਵਨ ਮ੍ਰਿਤੂ ਨੀਕ ਮੁਖ ਜਾਨਾ। ਹਾਂ, ਉਹਨੇ ਆਖਿਆ ਅੱਜ ਮਰ ਵੀ ਗਏ ਨਾ ਤੇ ਕੋਈ ਗੱਲ ਨਹੀਂ, ਇਹ ਮੌਤ ਵੀ ਸਾਡੀ ਸਫਲ ਹੀ ਹੋਵੇਗੀ। ਤਿਕ ਜੀਵਨ ਲਖ ਗੁਰ ਅਪਮਾਨਾ। ਗੁਰੂ ਦਾ ਅਪਮਾਨ ਵੇਖ ਕੇ ਜੀਣਾ ਇਹ ਧ੍ਰਿਗ ਹੈ, ਲਾਹਨਤਯੋਗ ਹੈ। ਹਾਂਜੀ, ਗੁਰ ਕੀ ਨਿੰਦਾ ਸੁਣੀ ਨਾ ਜਾਏ। ਗੁਰੂ ਦੀ ਨਿੰਦਾ ਨਹੀਂ ਸੁਣੀ ਜਾਂਦੀ, ਗੁਰੂ ਦਾ ਅਪਮਾਨ ਨਹੀਂ ਸੁਣਿਆ ਜਾਂਦਾ, ਇਹ ਬਰਦਾਸ਼ਤ ਨਹੀਂ ਹੁੰਦਾ। ਦੁਸ਼ਟ ਬਾਕ ਜਬ ਕਹਿਤ ਬਨਾਏ। ਜਦੋਂ ਕੋਈ ਦੁਸ਼ਟ ਬੰਦਾ ਇਦਾਂ ਦੀ ਗੱਲ ਕਰਦਾ ਹੈ, ਪਾਪ ਆਤਮਾ ਕਮਤ ਅਸਾਧੂ। ਹਾਂ, ਇਹ ਪਾਪੀ ਬੰਦੇ, ਪਾਪ ਆਤਮਾ, ਮੋਟੀ ਖੋਟੀ ਬੁੱਧੀ ਵਾਲੇ, ਅਸਾਧੂ, ਜਿਨ੍ਹਾਂ ਨੇ ਕੋਈ ਮਨ ਸਾਧਿਆ ਹੀ ਨਹੀਂ, ਕੋਈ ਭਗਤੀ ਸਿਮਰਨ ਕੀਤਾ ਹੀ ਨਹੀਂ, ਗੁਰੂ ਘਰ ਦੀ ਸੇਵਾ ਕੀਤੀ ਹੀ ਨਹੀਂ, ਇਹੋ ਜਿਹੇ ਦੁਸ਼ਟ ਬੰਦੇ ਜਿਹੜੇ ਹਨ, ਪਿਖਤ ਜੇ ਕਰਹਿ ਗੁਰੂ ਅਪਰਾਧੂ। ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਰੇਆਮ ਅਪਮਾਨ ਕਰਦੇ ਨੇ, ਅਪਰਾਧ ਕਰਦੇ ਨੇ, ਸੋ ਕਿਮ ਸਹਿਓ ਜਾਏ ਸਿੱਖ ਪਾਹੀ। ਉਹ ਸਿੱਖਾਂ ਕੋਲੋਂ ਨਹੀਂ ਜਰਿਆ ਜਾਂਦਾ। ਸਿੱਖ ਹਰ ਗੱਲ ਬਰਦਾਸ਼ਤ ਕਰ ਸਕਦਾ ਹੈ, ਪਰ ਗੁਰੂ ਦੀ ਨਿੰਦਾ, ਗੁਰੂ ਦਾ ਅਪਮਾਨ, ਗੁਰੂ ਦੀ ਨਿਰਾਦਰੀ ਨਹੀਂ ਸਹਿ ਸਕਦਾ। ਨੀਕੀ ਮ੍ਰਿਤੂ ਲਖ ਹੈ ਮਨ ਮਾਹੀ। ਉਹ ਆਪਣੀ ਮੌਤ ਨੂੰ ਹੀ ਪਸੰਦ ਕਰਦਾ ਹੈ, ਮੌਤ ਨੂੰ ਹੀ ਪ੍ਰਵਾਨ ਕਰਦਾ ਹੈ। ਮੇਰੀ ਮੌਤ ਆ ਜਾਏ, ਮੈਂ ਮਰ ਜਾਵਾਂ ਗੁਰੂ ਦੇ ਸਨਮੁਖ, ਪਰ ਗੁਰੂ ਦਾ ਅਪਮਾਨ ਨਾ ਵੇਖ ਸਕਾਂ। ਤਲਨ ਰੰਚਕ ਸਹਿ ਜੋਏ। ਹਾਂ, ਆਪਣੇ ਗੁਰੂ ਦਾ ਨਿਰਾਦਰ ਨਹੀਂ ਸਹਿ ਸਕਦਾ।
ਤੋਲਾ ਤਰਸ ਹੈ ਕਿਮ ਸੋਏ। ਹਾਂ, ਕਹਿੰਦੇ ਜਿਹੜੀ ਤੱਕੜੀ ਇੱਕ ਮਾਸਾ ਨਹੀਂ ਸਹਿ ਸਕਦੀ, ਉਹ ਕਹਿੰਦੇ ਤੋਲਾ ਕਿਵੇਂ ਸਹਿ ਸਕਦੀ ਹੈ। ਬਿਮਲ ਹਿਰਦਾ ਨਹਿ ਕੁਬਚ ਸਹਤ ਹੈ। ਹਾਂ, ਕਹਿੰਦੇ ਜਿਹਨਾਂ ਦਾ ਹਿਰਦਾ ਨਿਰਮਲ ਹੁੰਦਾ ਹੈ, ਉਹ ਕਿਸੇ ਦੇ ਮਾੜੇ ਕੀਤੇ ਹੋਏ ਇਹੋ ਜਿਹੇ ਕਰਤੂਤਾਂ ਨੂੰ ਸਹਿ ਨਹੀਂ ਸਕਦਾ, ਕਿਉਂਕਿ ਉਹਨੇ ਕਦੀ ਕੀਤਾ ਨਹੀਂ ਹੁੰਦਾ ਕਿਸੇ ਨਾਲ। ਵਲ ਛਲ ਕਰਨ ਵਾਲੇ ਬੰਦੇ ਜਿਹੜੇ ਹਨ, ਕਪਟੀ ਬੰਦੇ, ਉਹ ਦੂਜਿਆਂ ਨਾਲ ਵਲ ਛਲ ਕਰਦੇ ਆ। ਜਦੋਂ ਉਹਨਾਂ ਨਾਲ ਹੁੰਦਾ ਉਹ ਸਹਿ ਵੀ ਲੈਂਦੇ, ਕਿਉਂ? ਉਹਨਾਂ ਨੂੰ ਪਤਾ ਹੁੰਦਾ ਅਸੀਂ ਇਹਨਾਂ ਨਾਲ ਕੀਤਾ, ਇਹ ਸਾਡੇ ਨਾਲ ਕਰ ਗਏ, ਕੱਲ੍ਹ ਨੂੰ ਫਿਰ ਅਸੀਂ ਇਹਦੇ ਨਾਲ ਕਰ ਲਾਂਗੇ। ਉਹਨਾਂ ਦੀ ਤਾਂ ਆਦਤ ਹੁੰਦੀ ਹੈ। ਉਹ ਤਾਂ ਝੂਠ ਬੋਲ ਲੈਣਾ, ਝੂਠ ਸਹਿ ਲੈਣਾ, 2-4 ਗਾਲਾਂ ਕੱਢ ਲੈਣੀਆਂ, 2-4 ਕਿਸੇ ਤੋਂ ਗਾਲਾਂ ਖਾ ਲੈਣੀਆਂ, ਆਦਤ ਬਣੀ ਹੁੰਦੀ ਹੈ। ਪਰ ਜਿਹੜੇ ਬੰਦੇ ਦਾ ਮਨ ਸਾਫ਼ ਹੈ, ਉਹਨੇ ਕਦੀ ਕਿਸੇ ਦਾ ਬੁਰਾ ਕੀਤਾ ਨਹੀਂ, ਫਿਰ ਉਹਦਾ ਕੋਈ ਬੁਰਾ ਕਰੇ ਫਿਰ ਉਹਦੇ ਕੋਲ ਸਹਿ ਨਹੀਂ ਜਾਂਦਾ। ਸੋ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਗੁੱਸਾ ਸੀ। ਮੱਖਣ ਸ਼ਾਹ ਕੋਲੋਂ ਜਰਿਆ ਨਹੀਂ ਗਿਆ ਵੀ ਸਾਡੇ ਗੁਰੂ ਦੀ ਇੰਨੀ ਨਿਰਾਦਰੀ ਕਰਕੇ ਗਿਆ ਧੀਰਮਲ ਦਾ ਬੰਦਾ। ਗੁਰ ਅਪਮਾਨ ਸੁ ਕਥਨ ਲਹਤ ਹੈ। ਹਾਂ, ਗੁਰੂ ਦੇ ਅਪਮਾਨ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਨਿਰਮਲ ਹਿਰਦੇ ਵਾਲਾ ਸਿੱਖ। ਸ਼ਬਦ ਹੋਏ ਅਬ ਮੱਖਣ ਸ਼ਾਹ। ਹਾਂ, ਮੱਖਣ ਸ਼ਾਹ ਨੂੰ ਇਸ ਤਰ੍ਹਾਂ ਗੁੱਸਾ ਆ ਗਿਆ ਤਿਸ ਡੇਰੇ ਪਰ ਪਰਿਓ ਅਮਾਹ। ਤੇ ਉਹ ਜਾ ਕੇ ਉਹਦੇ ਡੇਰੇ ਤੇ ਜਾ ਪਿਆ ਤੇ ਜਾ ਕੇ ਉਹ ਡੇਰਾ ਲੁੱਟਿਆ। ਫਿਰ ਧੀਰਮਲ ਦਾ ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਤਾਰ, ਅੰਧਕੂਪ ਮਹਾ ਪਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਤੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਹਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ, ਭਾਵ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੇ, ਉਸਰਾ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਸੋ ਕੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ। ਜੈਤ ਸ੍ਰੀ ਮਹੱਲਾ ਨਾਵਾਂ। ਏਕ ਓੰਕਾਰ ਸਤਿਗੁਰ ਪ੍ਰਸਾਦ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ। ਤਿਹ ਤਿਹ ਬੰਧਾਇਓ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ। ਤਿਹ ਤਿਹ ਆਪ ਬੰਧਾਇਓ। ਰਹਾਉ ਸਮਝ ਨ ਪਰੀ ਬਿਖੈ ਰਸ ਰਚਿਓ, ਜਸ ਹਰਿ ਕੋ ਬਿਸਰਾਇਓ। ਸੰਗ ਸੁਆਮੀ ਸੋ ਜਾਣਿਓ, ਨਾਹਿਨ ਬਨ ਖੋਜਨ ਕੋ ਧਾਇਓ। ਰਤਨ ਰਾਮ ਘਟ ਹੀ ਕੇ ਭੀਤਰ, ਤਾਂ ਕੋ ਗਿਆਨ ਨ ਪਾਇਓ। ਜਨ ਨਾਨਕ ਭਗਵੰਤ ਭਜਨ ਬਿਨ, ਬਿਰਥਾ ਜਨਮ ਗਵਾਇਓ। ਰਤਨ ਰਾਮ ਘਟ ਹੀ ਕੇ ਭੀਤਰ, ਤਾ ਕੋ ਗਿਆਨ ਨ ਪਾਇਓ। ਜਨ ਨਾਨਕ ਭਗਵੰਤ ਭਜਨ ਬਿਨ, ਬਿਰਥਾ ਜਨਮ ਗਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਤਿ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ, ਨਾਨਕ ਭਵ ਵਿਨਾਸੀ। ਤਾਕੇ ਸੇਵ ਨ ਬਿਰਥੀ ਜਾਸੀ। ਆਨੰਦ ਕਰੈ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ। ਚੌਗਿਰਦ ਹਮਾਰੇ ਰਾਮ ਕਾਰ, ਦੁਖ ਲੱਗੈ ਨ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ। ਰਾਖ ਲੀਏ ਤਿਨ ਰਖਣਹਾਰ, ਸਭ ਬਿਆਦ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਭਏ ਸਹਾਈ। ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ। ਨਾ ਹੋਣੈ ਤੂੰ ਨ ਛੁਟੈ, ਨਿਕਟ ਨ ਜਾਈਓ ਦੂਤ। ਮਨ ਮੈਂ ਚਿਤਵੋ ਚਿਤ ਬਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਗਾਇਆ ਹਰੋ, ਹਰਿ ਦਿਓ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਮਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ। ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸਮਾਲੀਅਨ। ਦੇਖੇਗਾ ਦੇਵਨਹਾਰ, ਤੇਰਾ ਦਾਨਾ ਕੀਮਤ ਨਾ ਪਵੈ। ਤਿਸ ਦਾਤੇ ਕਵਣ ਸਮਾਰ, ਸੰਬਤ ਸਾਹਾ ਲਿਖਿਆ। ਮਿਲ ਕਰ ਪਾਵੋ ਮੇਲ, ਦੇਹੋ ਸੱਜਣਿਆ ਸੀਸੜੀਆਂ। ਜਿਉ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ। ਸਦੜੇ ਨਿਤ ਪਵਾਨੋ, ਸੱਦਣਹਾਰਾ ਸਿਮਰਿਐ। ਨਾਨਕ ਸੇ ਦੇਵਾਨ ਰਾਗ ਆਸਾ। ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ। ਧੋਇ ਰਹੋ ਵਿਸ ਵਿੱਚ ਸੀਆਂ ਘੜੀਆਂ, ਪੈਰਾਂ ਥਿਤੀ ਵਾਰੀ। ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇਤੇ ਵੇਸ, ਰਾਗ ਧਨਾਸਰੀ। ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਤਾਰਕਾ ਮੰਡਲ। ਜਨਕ ਮੋਤੀ ਧੂਪ ਮਲਿਆਨ ਲੋ, ਪਵਨ ਚਵਰੋ ਕਰੇ ਸਗਲ ਬਨ ਰਾਏ। ਫੁਲੰਤ ਜੋਤੀ ਕੈਸੀ ਆਰਤੀ ਹੋਏ, ਭਵ ਖੰਡ ਨ ਤੇਰੀ ਆਰਤੀ। ਅਨਹਤਾ ਸ਼ਬਦ ਵਜੰਤ ਬੇਰੀ, ਸਹਸ ਤਵ ਨੈਨ ਨਨ। ਨੈਨ ਹੈ ਤੋਹਿ ਕੋ ਸਹਸ ਮੂਰਤ, ਨਨਾ ਏਕ ਤੋਹੀ ਸਹਸ ਪਦ। ਵਿਮਲ ਨਾਨਕ ਪਦ, ਗੰਧ ਬਿਨ ਸਹਸ ਤਵ ਗੰਧ। ਵਿਚਲਤ ਮੋਹੀ ਸਭ ਮੈਂ ਜੋਤ, ਜੋਤ ਹੈ ਸੋਏ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰਿ ਚਰਨ ਕਉਲ ਮਕਰੰਦ, ਲੋਭਿਤ ਮਨੋ ਅਨੰਦਨੋ ਮੋਹਿ। ਆਈ ਪਿਆਸਾ ਕਿਰਪਾ ਜਲ ਦੇ, ਨਾਨਕ ਸਾਰਨ ਕੋ ਹੋਏ। ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ। ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਿ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ। ਰਹਾਉ ਸਾਖਤ ਹਾਰਾ ਸਾਧ ਨ ਜਾਣਿਆ,
ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚੁਲੈ ਚੁਬੈ ਦੁਖ ਪਾਵੈ, ਜਮ ਕਾਲ ਸਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬੋ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਕਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾ ਸਵਾਰੇ। ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸਹਿ ਜਗਾਏ ਪਿਆਵੈ, ਇਹੋ ਰਸ ਅਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮੈਲ ਪਾਉ ਸੁਖ ਸਹਿਜੇ, ਬੌਰ ਨ ਹੋਇ ਗੋ ਫੇਰਾ। ਅੰਤਰ ਜਾਮੀ ਪੁਰਖ ਬਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਬਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਦਾਸ ਹਮਾਰੀ ਜੀਉ ਪਿੰਡ ਸਤਿ। ਓ ਨਾਨਕ ਸਭ ਤੇ ਕੋਈ ਨਾਮ ਵਾਸ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਸਹਾਇ ਵਾਰ ਸ੍ਰੀ ਗੁਰੂ ਪਾਤਸ਼ਾਹ ਦਸਮ ਗੁਰਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹਮਿ ਸਹਾਇ। ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਇਕੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ। ਘਰ ਨੌ ਨਿਧਿ ਆਵੇ, ਤਾਏ ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸਹਿਬ ਗੁਰੂ ਗੋਬਿੰਦ ਸਿੰਘ ਜੀ, ਕਲਗੀਧਰ ਪਿਤਾ ਸਭ ਥਾਈ ਹੋਏ ਸਹਾਇ। ਦਸਮ ਪਾਤਸ਼ਾਹੀ ਦੀ ਜੋਤ, ਸ੍ਰੀ ਗ੍ਰੰਥ ਸਾਹਿਬ ਦੇ ਪਾਠ ਦਰਸ਼ਨਦਾਰ ਮੇਲੇ। ਬੋਲੋ ਜੀ ਵਾਹਿਗੁਰੂ। ਇਹ ਨਿਮਾਣਿਓ ਕੇ ਮਾਨ ਸੱਚੇ ਪਾਤਸ਼ਾਹ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਨੇ ਅਪਾਰ ਕਿਰਪਾ ਕਰਕੇ ਅੰਮ੍ਰਿਤ ਵੇਲੇ ਦਰਸ਼ਨਦਾਰੇ ਬਖਸ਼ੇ। ਇਸ ਵੇਲੇ ਮਹਾਰਾਜ ਸੰਧਿਆ ਦੀਵਾਨਾਂ ਦੀ ਸਮਾਪਤੀ, ਆਪ ਦੇ ਸੁਖਾਸਨ ਦੀ ਸੇਵਾ ਹੋਈ। ਕੀਰਤਨ ਸਭੇ ਦੀ ਬਾਣੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ। ਸਹੀ ਪਿਆਰੇ ਮੇਲ ਨੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।